ਜਾਣਨੀ ਹੋਵੇ, ਤੁਸੀਂ ਆਪ ਦਾ ਕੰਸਰਨ ਹੁਣੇ ਹੀ ਸਾਨੂੰ ਦੱਸ ਸਕਦੇ ਹੋ। ਇਸ ਲਾਈਵ ਦੇ ਦੌਰਾਨ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਜਿੰਨੀਆਂ ਵੀ ਤੁਹਾਡੀਆਂ ਕਾਲਸ ਹੈ, ਨਾਲ ਦੀ ਨਾਲ ਤੁਹਾਨੂੰ ਲਾਈਵ ਕਾਲ ਦੇ ਜ਼ਰੀਏ ਤੁਹਾਡੇ ਕੰਸਰਨ ਸਾਰੇ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੰਨੇ ਵੀ ਵੀਰ ਭੈਣ ਭਰਾ ਇਸ ਟਾਈਮ ਜੁੜੇ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਆਪ ਦਾ ਕੰਸਰਨ ਜ਼ਰੂਰ ਦੱਸੋ। ਸਾਨੂੰ ਦੱਸੋ ਕੀ ਜਾਣਨਾ ਚਾਹੁੰਦੇ ਹੋ ਤੁਸੀਂ। ਅੱਜ ਪੜ੍ਹਾਈ ਤੌਰ ਤੇ ਤੁਸੀਂ ਬਾਹਰ ਜਾਣਾ ਚਾਹੁੰਦੇ ਜੇ। ਕਈ ਤਰ੍ਹਾਂ ਦੇ ਕਾਲਜ ਨੇ, ਕਈ ਤਰ੍ਹਾਂ ਦੀਆਂ ਯੂਨੀਵਰਸਿਟੀਆਂ। ਜੋ ਵੀ ਤੁਹਾਡਾ ਕੰਸਰਨ ਹੈ, ਤੁਹਾਡਾ ਕੰਮ ਨਹੀਂ ਹੋ ਪਾ ਰਿਹਾ, ਤੁਹਾਡਾ ਵੀਜ਼ਾ 2-4 ਵਾਰੀ ਤੁਸੀਂ ਅਪਲਾਈ ਕਰ ਚੁੱਕੇ ਹੋ, ਰਿਫਿਊਜ਼ ਹੋ ਗਿਆ, ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਰਿਫਿਊਜ਼ਲ ਤੋਂ ਬਾਅਦ ਵੀ, ਸਾਨੂੰ ਸੰਪਰਕ ਕਰੋ। ਅਸੀਂ ਤੁਹਾਨੂੰ ਦੱਸਾਂਗੇ ਅੱਜ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ ਜਦੋਂ ਵੀਜ਼ਾ ਅਪਲਾਈ ਕਰਨਾ ਹੁੰਦਾ। ਨਾਲ ਦੀ ਨਾਲ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰੂੰਗਾ। ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਕਰੋ ਤੇ ਮੇਰੇ ਕੋਲੋਂ ਆਪਦੇ ਸਵਾਲਾਂ ਦੇ ਜਵਾਬ ਲਓ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਨਾਮ ਦੱਸੋ ਜੀ, ਕੌਣ ਬੋਲਦੇ ਹੋ? ਸਤਿ ਸ਼੍ਰੀ ਅਕਾਲ ਸਰ, ਮੈਂ ਹਰਪ੍ਰੀਤ ਸਿੰਘ ਬੋਲ ਰਿਹਾ ਗੁਰਦਾਸਪੁਰ ਤੋਂ। ਜੀ ਹਰਪ੍ਰੀਤ ਜੀ, ਕੀ ਜਾਣਨਾ ਚਾਹੁੰਦੇ ਹੋ? ਹਾਂਜੀ ਸਰ, ਮੇਰੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਬੀਟੈਕ ਇਨ ਬਾਇਓਟੈਕਨੋਲੋਜੀ। ਲਾਸਟ ਇਸੇ ਸਾਲ ਮੈਂ ਪਾਸ ਆਊਟ ਹੋਇਆ। ਠੀਕ ਹੈ ਜੀ। ਤੇ ਮੈਂ ਸਰ ਜਾਣਨਾ ਸੀਗਾ ਕਿ ਯੂਐਸ ਦਾ ਹੋ ਜਾਏਗਾ ਵੀਜ਼ਾ? ਯੂਐਸ ਦਾ ਵੀਜ਼ਾ, ਹਾਂਜੀ, ਮਾਸਟਰਸ ਵਾਸਤੇ ਅਪਲਾਈ ਕਰੋਗੇ ਜ਼ਰੂਰ ਹੋ ਜਾਏਗਾ ਜੀ। ਹਾਂਜੀ ਸਰ, ਇੱਕ ਹੋਰ ਗੱਲ ਕਿ ਮੈਂ ਤੁਹਾਡੀ ਐਕਚੁਅਲੀ ਵੀਡੀਓਜ਼ ਕਾਫੀ ਦੇਰ ਤੋਂ ਫੋਲੋ ਕਰਦਾ ਆ ਰਿਹਾ ਕਿ ਐਕਚੁਅਲੀ ਮੇਰਾ ਬਜਟ ਇੰਨਾ ਹਾਈ ਨਹੀਂ ਹੈ। ਮਤਲਬ ਮੈਂ ਮੀਡੀਓਕਰ ਫੈਮਿਲੀ ਤੋਂ ਆ, ਤੇ ਪਰ ਮੇਰਾ ਇੰਟੈਂਸ਼ਨ ਹੈਗੀ ਹੈ ਕਿ ਸਟੱਡੀ ਅਬਰੋਡ ਲਈ। 6 ਮਹੀਨੇ ਦੀ ਫੀਸ ਦੇਣੀ ਹੁੰਦੀ, ਉੱਥੇ ਜਾ ਕੇ ਦੇਣੀ ਹੁੰਦੀ ਹੈ। 5-7 ਲੱਖ ਰੁਪਈਆ ਹੁੰਦੀ ਹੈ, ਪੈਸੇ ਨਹੀਂ ਲੱਗਦੇ ਜਾਣ ਵਾਸਤੇ। ਠੀਕ ਹੈ ਜੀ, ਠੀਕ ਹੈ ਜੀ, ਤੁਹਾਨੂੰ ਠੀਕ ਹੈ ਸਰ, ਕਾਲ ਠੀਕ ਹੈ ਆਏਗਾ, ਜੀ। ਉਹਨਾਂ ਨੂੰ ਆਪਣੇ ਸਾਰੇ ਕ੍ਰੈਡੈਂਸ਼ੀਅਲ ਦਿਓ, ਫਿਰ ਤੁਹਾਡੀ ਐਡਮਿਸ਼ਨ ਕਰਾ ਕੇ ਤੁਹਾਡਾ ਕੰਮ ਸ਼ੁਰੂ ਕਰਾਂਗੇ। ਠੀਕ ਹੈ ਸਰ। ਤੇ ਕੈਨੇਡਾ ਦਾ ਸਰ ਹੋ ਸਕਦਾ ਜੇ ਕੈਨੇਡਾ ਦਾ ਵੀ ਮੈਂ ਆਪਣਾ ਸਾਈਡ ਰੱਖਾਂ? ਕੈਨੇਡਾ 'ਚ ਪੈਸੇ ਬਹੁਤ ਲੱਗ ਜਾਣੇ ਜੀ, 15 ਤੋਂ 20 ਲੱਖ ਰੁਪਈਆ ਲੱਗ ਜਾਣਾ ਤੁਹਾਡਾ। ਠੀਕ ਹੈ ਜੀ। ਤੇ ਯੂਐਸ ਦਾ ਹੋ ਜਾਏਗਾ ਜੀ? ਤੁਹਾਡਾ 4-5 ਲੱਖ ਰੁਪਏ 'ਚ ਕੰਮ ਨਿਬੜ ਜਾਣਾ ਸਾਰਾ। ਤੇ ਸਰ ਮਾਸਟਰਸ ਲਈ ਹੋਏਗਾ ਜਾਂ? ਮਾਸਟਰਸ। ਠੀਕ ਹੈ ਸਰ, ਠੀਕ ਹੈ, ਥੈਂਕ ਯੂ ਸੋ ਮਚ ਸਰ। ਥੈਂਕ ਯੂ ਵੈਰੀ ਮਚ ਜੀ। ਨਾਮ ਦੱਸੋ ਜੀ ਆਪਣਾ, ਕੌਣ ਬੋਲ ਰਹੇ ਹੋ? हेलो, गुड इवनिंग सर। गुड इवनिंग जी, की नाम है ਤੁਹਾਡਾ? रविंदर कौर सर, फ्रॉम हरियाणा हिसार से बात कर रही हूँ। रविंदर कौर जी, हिसार से बात कर रहे हैं। क्या जानना चाहते हैं मैडम? सर मैं नर्सिंग लाइन से हूँ। मैंने पोस्ट बेसिक बीएससी नर्सिंग की हुई है और उसके बाद मैं कंटिन्यू जॉब में हूँ। सर फर्दर कनाडा मूव करना चाहती हूँ, तो उसके लिए मुझे गाइडेंस चाहिए कि मुझे मतलब किस बेस पे मेरा हो सकता है वहाँ पे, तो उसके लिए। मैडम, हम आपको पढ़ने के लिए भेज सकते हैं, जिसमें आपको पहला स्टेप है आइल्स करनी पड़ेगी, और आइल्स में आपको 6.5 बैंड लेनी पड़ेगी। 6.58 सर? 6.5 ओवरऑल लेने पड़ेंगे जी आपको। ओवरऑल 6.5 जी मैडम जी। और सर, तो मैं ये जानना चाह रही हूँ, जैसे मेरी लास्ट स्टडी 2016 में थी। हाँ जी। आफ्टर दैट मैं जॉब में हूँ, तो ये जो बीच में गैप है, तो ये एक्सेप्टेबल होगा? नहीं, रेगुलर जॉब है आपकी, कोई दिक्कत नहीं है, आप सिर्फ आइल्स करिए। हाँ, ओके, आइल्स करने के बाद फर्दर आगे मतलब बाकी काम मेरा है जी सारा। आप सिर्फ आइल्स करिए, वीजा आपको मैं लगवा के दूंगा। ओके सर। सर आप विनय हरी जी बात कर रहे हो? जी, विनय हरी बोल रहा हूँ जी। ओके सर, मुझे लगा कि आगे फर्दर। ठीक है सर, तो मैं यही जानना चाह रही थी, मुझे फिर एकेडमिक सेशन करूंगा? एकेडमिक आपको 6.5 लेने हैं, और 6 आपके ईच होने चाहिए जी। आपके बैंड आ जाते हैं, फिर आप हमारे साथ संपर्क कर लेना जी। जी, नाम दसो जी अपना, कौन बोल रहे हो? नाम दसो, कौन बोल रहे हो? हेलो जी मैडम। ਸਤਿ ਸ਼੍ਰੀ ਅਕਾਲ ਸਰ ਜੀ, ਮੈਂ ਰਹਿਮਤ ਬੋਲ ਰਹੀ ਹਾਂ ਹਿਸਾਰ ਤੋਂ, ਹਰਿਆਣਾ ਤੋਂ। ਕੀ ਜਾਣਨਾ ਚਾਹੁੰਦੇ ਮੈਡਮ? ਹਾਂਜੀ ਵਧੀਆ ਸਰ, ਤੁਸੀਂ ਦੱਸੋ ਜੀ, ਕੀ ਜਾਣਨਾ ਚਾਹੁੰਦੇ ਹੋ? ਸਰ ਐਕਚੁਅਲੀ ਮੈਨੂੰ ਪੁੱਛਣਾ ਸੀਗਾ ਕਿ ਮੇਰੀ ਏਜ 31 ਹੈ ਜੀ। ਪੜ੍ਹੇ ਕਿੰਨਾ ਹੋਏ ਤੁਸੀਂ? ਤਾਂ ਮੈਂ ਵੈਸੇ ਤਾਂ MBA ਕੀਤਾ ਸੀ 2013 ਚ। ਹਾਂਜੀ ਹਾਂਜੀ, ਉਸ ਤੋਂ ਬਾਅਦ ਮੈਂ ਜੌਬ ਵੀ ਕਰਦੀ, ਨਾਲ ਪੜ੍ਹਾਈ ਵੀ ਕਰ ਰਹੀ ਸੀ, ਨਾਲ ਜੌਬ ਵੀ ਕਰ ਰਹੀ ਹਾਂ ਉਸ ਤੋਂ ਬਾਅਦ ਜੀ।
ਹਾਂਜੀ, ਤੇ ਹੁਣ ਮੈਂ ਐਕਚੁਅਲੀ ਬਾਹਰ ਜਾਣ ਦਾ ਸੋਚ ਰਹੀ ਸੀ। ਐਕਚੁਅਲੀ ਮੈਂ ਆਪਣੇ ਹਸਬੈਂਡ ਨਾਲ ਸੈਪਰੇਟ ਹੋ ਗਈ ਸੀ, ਮੇਰਾ ਬੇਬੀ ਹੈ ਜੀ ਛੋਟਾ, ਜੀ ਤੇ ਮੈਂ ਬਾਹਰ ਜਾਣ ਦਾ, ਮੈਂ ਆਇਲਸ ਵੀ ਹੁਣੇ ਕੀਤੀ ਹੈ, ਤੇ ਮੇਰੇ ਲਿਸਨਿੰਗ ਚ 7 ਬੈਂਡ ਹੈ, ਤੇ ਰਾਈਟਿੰਗ ਚ 6 ਨੇ, ਬਾਕੀ ਦੋਨਾਂ ਚ 6.5 ਹੈ। ਜੀ ਮੈਡਮ, ਮਾਸਟਰ ਡਿਗਰੀ ਚ ਹਾਂਜੀ, ਦਾਖਲਾ ਤੇ ਹੋ ਮੈਂ ਜਾਏਗਾ, ਤੁਸੀਂ ਚਲੇ ਜਾਓਗੇ ਜੀ। 3 ਤੋਂ 4 ਮਹੀਨੇ ਲੱਗਣਗੇ ਸਾਰੇ ਕੰਮ ਨੂੰ। ਸਰ ਮੈਂ ਕਿਹੜੇ ਚ ਟਰਾਈ ਕਰਾਂ, ਸਤੰਬਰ ਇਨਟੇਕ ਜਾਂ ਜਨਵਰੀ? ਨਹੀਂ, ਜਨਵਰੀ ਕਰਿਓ, ਜਨਵਰੀ। ਸਤੰਬਰ ਖਤਮ ਹੋ ਚੁੱਕਾ ਜੀ। ਓਕੇ, ਤੇ ਕੋਈ ਸਰ ਏਦਾਂ ਇਸ਼ੂ ਤਾਂ ਨਹੀਂ ਆਏਗਾ ਜਿੱਦਾਂ 2013 ਤੋਂ ਨਹੀਂ ਨਹੀਂ, ਕੋਈ ਬਾਅਦ ਦਿੱਕਤ ਸਟੱਡੀ ਨਹੀਂ, ਦੁਬਾਰਾ ਕਰਾਂ? ਜੈਨੂਨ ਕੇਸ ਹੈ ਸਭ। ਓਕੇ, ਐਂਡ ਦ ਸੈਕੰਡ ਥਿੰਗ ਇਜ਼ ਸਰ, 1 ਮਿੰਟ ਹੋਰ ਮਿਲ ਜਾਏਗਾ ਤੁਹਾਡਾ? ਜੀ, ਯੂਐਸਏ ਦਾ ਵੀ ਪੁੱਛਣਾ ਸੀਗਾ ਮੈਂ। ਜੀ ਪੁੱਛੋ ਕੀ ਯੂਐਸਏ ਪੁੱਛਣਾ ਦਾ, ਕਿਉਂਕਿ ਉਹਦਾ ਮੇਰਾ ਬ੍ਰਦਰ ਸੀ, ਉਹਦਾ ਵਿਦਆਊਟ ਆਇਲਸ ਦਾ ਹੈਗਾ ਹੈ, ਤੇ ਉਹਦਾ ਵੀ ਕੁਝ ਬਣ ਸਕਦਾ ਸੀ? ਉਹ ਆਇਲਸ ਨਹੀਂ ਆ। ਮੈਡਮ, ਅੰਗਰੇਜ਼ੀ ਬਹੁਤ ਵਧੀਆ ਹੋਣੀ ਚਾਹੀਦੀ ਜੇ ਯੂਐਸ ਜਾਣਾ। ਵਿਦਆਊਟ ਆਇਲਸ ਦਾਖਲਾ ਹੋ ਜਾਂਦਾ, ਬਟ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਵੀਜ਼ੇ ਰਿਫਿਊਜ਼ ਹੋ ਜਾਂਦੇ ਆ। Okay, ਜੀ but I think so they organize the interview also, na? ਮੈਡਮ, ਇੰਟਰਵਿਊ ਹੁੰਦਾ, ਇੰਟਰਵਿਊ ਉਹੀ ਦਊਗਾ ਨਾ ਜਿਹਨੂੰ ਅੰਗਰੇਜ਼ੀ 6.5-7 ਬੈਂਡ ਹੈਗੇ, ਜਿਹਦੇ Okay, ਜਿਹਦੇ 5 ਬੈਂਡ ਆ, ਉਹਦੇ ਕੋਲ thank you so ਅੰਗਰੇਜ਼ੀ much. ਉਨੀ ਕੀ ਬੋਲੀ ਜਾਣੀ ਨਾ, ਇਸ ਕਰਕੇ ਨਾ ਅਪਲਾਈ ਨਾ Okay, ਕਰਾਇਆ okay. ਉਹਦਾ ਜੀ। ਨਾਮ ਦੱਸੋ ਜੀ, ਕੀ ਜਾਣਨਾ ਚਾਹੁੰਦੇ ਹੋ? मेरा नेम हरप्रीत कौर है, ਜੀ ਹਰਪ੍ਰੀਤ ਜੀ, ਕੀ एंड ਜਾਣਨਾ मैं ਚਾਹੁੰਦੇ हो? कनाडा के लिए पूछना था कि स्टडी वीजा के अलावा भी अगर ऑप्शन अवेलेबल होते हैं होते हैं, immigrate बट करने सॉरी के लिए? मैम, we don't deal other visas, we only deal in study visas। ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ। ਜੀ, ਨਾਮ ਦੱਸੋ ਆਪਣਾ? ਹਰਪ੍ਰੀਤ ਬੋਲ ਰਿਹਾ ਜੀ, ਪਟਿਆਲੇ ਤੋਂ। ਮੇਰੀ ਗੱਲ ਹੋਈ ਸੀ ਪਹਿਲਾਂ ਵੀ ਤੁਹਾਡੇ ਨਾਲ ਜੀ। ਹਾਂਜੀ ਹਾਂਜੀ ਸਰ, ਉਹ ਨਾ ਮੈਂ ਬੇਟੇ ਦਾ ਸਕੂਲੀ ਵੀਜ਼ਾ ਲਾਇਆ ਵਾ ਤਾ, ਉਹਦੇ ਬਾਰੇ ਤੁਸੀਂ ਕਹਿੰਦੇ ਟਾਈਮ ਦੇਵਾਂਗੇ ਮੋਹਾਲੀ ਆਉਣ ਦਾ। ਹਾਂਜੀ ਹਾਂਜੀ, ਹਾਂਜੀ, ਦੱਸਿਆ ਨਹੀਂ ਫਿਰ ਕਿੱਦਣ ਅੱਗੇ। ਤੁਹਾਨੂੰ ਕਾਲ ਆਊਗਾ ਜੀ ਦਫ਼ਤਰੋਂ, ਜਦੋਂ ਤੁਸੀਂ ਜਿਸ ਨੰਬਰ ਤੋਂ ਕਾਲ ਕੀਤਾ ਸੀ ਨਾ ਸਾਨੂੰ, ਹਾਂਜੀ ਉਸੇ ਨੰਬਰ ਤੋਂ ਤੁਹਾਨੂੰ ਕਾਲ ਆਊਗਾ, ਉਸੇ ਨੰਬਰ ਤੇ। ਫਿਰ ਤੁਸੀਂ ਆਪ ਦਾ ਕੋਈ ਅਪਾਇੰਟਮੈਂਟ ਰੱਖ ਲਿਓ ਮੈਨੂੰ ਮਿਲਣ ਦਾ ਜੀ। ਠੀਕ ਹੈ ਸਰ, ਮੈਂ ਉਹ ਠੀਕ ਕਰ ਰਿਹਾ ਤਾਂ ਕਈ ਦਿਨ ਹੋ ਗਏ। ਹਾਂਜੀ, ਤੁਸੀਂ ਜਿਹੜਾ ਨੰਬਰ ਤੇ ਕਾਲ ਕਰ ਰਹੇ ਹੋ ਨਾ, ਲਾਈਵ ਸ਼ੋਅ ਤੋਂ ਦੌਰਾਨ ਨਾ ਗੱਲ ਕਰੋ, ਅੱਗੇ ਪਿੱਛੇ ਹਾਂਜੀ। ਕਰ ਲਿਓ, ਤੁਹਾਡਾ ਨੰਬਰ ਚੱਲ ਜਾਊਗਾ ਕਾਲ ਸੈਂਟਰ 'ਚ, ਤੁਸੀਂ ਉਹਨਾਂ ਕੋਲ ਟਾਈਮ ਲੈ ਲਿਓ ਜੀ। ਠੀਕ, ਓਕੇ ਸਰ। ਥੈਂਕ ਯੂ ਜੀ। ਨਾਮ ਦੱਸੋ ਜੀ ਆਪਣਾ? ਜੀ ਨਾਮ ਦੱਸੋ, ਕੌਣ ਬੋਲਦੇ ਹੋ? जी सत श्री अकाल जी, नाम दसो। हेलो। हाँ जी, नाम बताइए, कौन बोल रहे हैं? हाँ जी सर, मेरा सौरभ है। एक्चुअली मैं आपको बाहर से फ़ोन कर रहा हूँ रिगार्डिंग आपके स्टडी वीज़ा के लिए, और मुझे आपसे एक्चुअली प्रोसेस से ज़्यादा ये बात करनी थी कि क्या आपके कोई ऐसे फिजिकल लोकेशन है जहाँ पे डायरेक्ट कांटेक्ट करके और आप ही के गाइडेंस के अंडर में सारे पेपर वर्क कंप्लीट कर लिए जाएं। सारा काम मेरी प्रेजेंस में ही होगा, बट एट द मोमेंट लॉकडाउन लगा हुआ है, सब कुछ बंद है सर आज की डेट में। ओके जी, अगले कुछ दिनों में सारा कुछ ठीक हो जाएगा, फिर आप विजिट कर लेना कहीं पे भी सर। अच्छा, लेकिन आपकी जो भी लोकेशंस वगैरह हैं वो मतलब वही होती है ना जो आपकी वेरीफाइड होती हैं? ऐसा तो नहीं है कि जलंधर और चंडीगढ़ दो जगह हमारा ऑफिस है जहां आपने मुझे मिलना है आके। ओके, जलंधर और चंडीगढ़ का। जी सर। ठीक है सर, और आप प्लीज अपना जो है ईमेल एड्रेस जो है वो रिफ्लेक्ट कर दीजिए स्क्रीन पे ताकि लोगों को पता लग जाए। जी, स्क्रीन पे मैंने डाल दिया जी। ओके, थैंक यू सर। थैंक यू सर। थैंक यू वेरी मच। ਤੁਹਾਡਾ ਕੋਈ ਵੀ ਕੰਸਰਨ ਹੈ, ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰ ਦੇ ਉੱਤੇ ਕਾਲ ਕਰ ਸਕਦੇ ਜੇ। ਨਾਲ ਦੀ ਨਾਲ ਤੁਹਾਨੂੰ ਈਮੇਲ ਆਈਡੀ ਵੀ ਦੇ ਰਹੇ ਹਾਂ, ਤੁਸੀਂ ਆਪਦੇ ਕਾਗਜ਼ ਵੀ ਈਮੇਲ ਤੇ ਭੇਜ ਸਕਦੇ ਜੀ। ਜੀ ਨਾਮ ਦੱਸੋ ਜੀ ਆਪਣਾ? ਜੀ ਸਤਿ ਸ਼੍ਰੀ ਅਕਾਲ ਜੀ। ਜੀ ਨਾਮ ਦੱਸੋ, ਕੌਣ ਬੋਲ ਰਹੇ ਹੋ? हेलो, जी मैडम, नाम दसो, कौन बोल रहे ਤੁਸੀਂ? मैं लवजीत कौर बोल रही हूँ। जी, कित्थों बोलते हो? मैं
ਲਵਜੀਤ ਜੀ ਤੁਹਾਡਾ ਨੰਬਰ ਕੱਟਿਆ ਗਿਆ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਜੀ ਸਤਿ ਸ਼੍ਰੀ ਅਕਾਲ, ਨਾਮ ਦੱਸੋ ਜੀ, ਕੌਣ ਬੋਲ ਰਹੇ ਹੋ ਤੁਸੀਂ? हेलो जी सर, नाम दसो, कौन बोल रहे हो? हाँ जी, हेलो गुड इवनिंग सर। गुड इवनिंग, क्या नाम जी है जी मेरा आपका? नाम यावर है सर एंड आई एम फ्रॉम जम्मू एंड कश्मीर। जी बताइए, क्या जानना चाहते हैं? सर सर आई हैव परस्यूड बैचलर्स इन कंप्यूटर एप्लीकेशन एंड आई एम 20 इयर्स ओल्ड ओके, और मैं 2020 में पास आउट हुआ सर। क्या जानना चाहते हैं आप? सर मेरे लिए क्या बेटर रहेगा अगर मैं कनाडा के लिए वीज़ा अप्लाई करना चाहता हूँ, तो मुझे स्टूडेंट बेस पे वीज़ा अप्लाई करना चाहिए या फिर ये वर्किंग? आपको डिसाइड करना, हम सिर्फ स्टूडेंट वीजा पे भेजते हैं। हाँ सर इसकी कॉस्ट 15 से 20 लाख रुपया होती है। ठीक है सर। इसके लिए 3 से 4 महीने का समय लगता है जी। और सर शिफ्ट जो आपको भेजना है लड़कों का वो कौन से मंथ में होगा सर? जनवरी में जाएंगे आप पढ़ने के लिए। ओके सर। एंड सर मैं मास्टर्स के लिए अगर अप्लाई करूँ तो जी। फाइनल कॉस्ट इतना ही रहेगा? हाँ जी, कम से कम इतने पैसे लगेंगे जी। और सर कितने बैंड्स होने चाहिए मेरे आईलेट्स में? 6.5 होने चाहिए। 6.5 ठीक है सर, ठीक है। थैंक यू सर, थैंक यू वेरी मच। जी नाम दसो अपना, कौन सा बोल रहे हो? नमस्ते सर, मैं राहुल बोल रहा हूँ। जी राहुल, कहाँ से बोल रहे हैं? सर मैं दिल्ली से बात कर रहा हूँ। क्या जानना चाहते हैं? सर एक्चुअली मुझे ऑस्ट्रेलिया जाना स्टडी वीजा पे मास्टर्स कोर्स के लिए। अभी 2 तो साल रुक मैंने जाइए, तो 2024 में शुरू होगा ऑस्ट्रेलिया, फिर अप्लाई करिएगा। सर लेकिन कई एजेंट्स बोल रहे हैं कि 21 में खुल जाएगा, तो ऐसा खुला कुछ हुआ नहीं है, होगा? आज भी खुला हुआ है, उसकी पढ़ाई ऑनलाइन हो रही है। आप 2 साल ऑनलाइन पढ़ना चाहते हैं? नहीं सर। फिर अभी रुक जाइए, अभी अप्लाई करेंगे, आपसे पैसे ले लेंगे एजेंट, आप पढ़ते ही रहेंगे 2 साल। तो सर अगर मैं कनाडा जाता हूँ तो मेरे 6 बैंड है ओवरऑल, 2 में 5.5 है। मास्टर्स के लिए कुछ हो सकता है? पीजी डिप्लोमा में एडमिशन मिलेगा, मास्टर्स के लिए 6.5 चाहिए होंगे आपको। ओके सर, ओके। धन्यवाद जी। नाम दसो अपना। हेलो जी नाम दसो, कौन बोल रहे हो? हाँ जी, मनप्रीत सिंह बोल रहे थे मुझसे। जी मनप्रीत सिंह, की जानना चाहते हो? सर अपनी मेन एप्लीकेंट स्कोर सही होना 6.5 बैंड है। अच्छा जी। प्लस 2 मेडिकल की हुई है ना? हाँ जी। ते आपा स्पोर्ट्स के अपना हो सकता है अपनी कनाडा? शादी होगी ਜਾਂ ਕਰਾਣੀ ਆਪਾਂ ਹਜੇ? फरवरी ਚ ਹੋਈ ਹੈ 2021 ਚ ਸੀ। ਹਜੇ ਨਵਾਂ ਹੀ ਵਿਆਹ ਹੋਇਆ ਹੈ ਨਾ? हाँ जी। ਨਾ ਮੇਰਾ ਵੀ ਨਾਲ ਹੀ ਵੀਜ਼ਾ ਰਿਫਿਊਜ਼ ਹੋ ਜਾਣਾ, ਕੱਲੀ ਕੁੜੀ ਨੂੰ ਭੇਜਣਾ ਭੇਜ ਦੇ। ਜੇ ਇਕੱਠਿਆਂ ਦਾ ਠੀਕ ਹੈ ਲਾਣਾ ਜੀ। ਹਜੇ ਸਾਲ ਨਹੀਂ ਹੁੰਦਾ, ਸਾਲ ਪੁਰਾਣਾ ਵਿਆਹ ਚਾਹੀਦਾ ਇਕੱਠੇ ਜਾਣ ਵਾਸਤੇ। ठीक है सर, ठीक है। थैंक यू मैम जी। नाम दसो, कौन सा बोल रहे हो? हेलो, जी नाम बताइए, कौन बोल रहे हैं? उषा बोल रही हूँ। गुड इवनिंग। जी उषा जी, कहाँ से बोल रहे हैं? मैं दिल्ली से बोल रही हूँ। क्या जानना चाहते हैं मैडम? मैं ये जानना चाहती हूँ कि आप माइनर के लिए है आपके स्कूलिंग वीजा के लिए? है, बट मैडम वो माइनर, साधारण लोगों को नहीं मिलता। हाँ। जिन लोगों की आमदन करोड़ों में होती है उनके माइनर्स को वीजे मिलते हैं मैम। अच्छा, ऐसे नहीं मिलता? जी, जिसके पास पैसे ही नहीं है वो कैसे बच्चा पढ़ाएगा जी? मतलब कितना पैसा चाहिए? 20 लाख रुपए 1 साल की फीस होती है बच्चे को पढ़ाने की। ओके। तो जो 20 लाख बच्चे की पढ़ाई पे खर्च रहा है उसकी आमदन भी 40-50 लाख होनी चाहिए ना जी। यहाँ टैक्स कोई देता नहीं हमारी कंट्री में। नहीं, तो हम तो गवर्नमेंट एम्प्लॉय है ना। तो आपकी आमदन 40 लाख रुपया थोड़ी होगी महीने की। तो देखो, हमें कुछ भी बच्चे के लिए तो कुछ करना पड़ेगा ना। मैडम बैंक थोड़ी लूट के लाएंगे, आपके पास आमदन ही नहीं होगी, कहाँ से लाएंगे पैसे आप? एम्बेसी को पैसे देखने हैं आपके पास। दे वांट टू सी व्हाट इज योर एग्जैक्ट इनकम। अप्लाई करने में कुछ नहीं जाएगा, मैं अप्लाई करा देता हूँ, आपका 2-4 लाख रुपए खराब हो जाएगा। ओके। वहां पैसे भेज देंगे, वीजा नहीं लगेगा, पैसे कट के वापस आएंगे। अच्छा, हम लोगों को ना तो ना सुनने की आदत कैसे नहीं जा होती। सकते हैं आपको आप कोई बताइए? बोलेगा ना हो जाएगा, आप उसको उसी टाइम 50,000 रुपये दे देंगे।
नहीं एक्चुअली मैंने इसलिए फोन किया है क्योंकि मैं बहुत दिनों से देख रही हूँ आपका पंजाबी चैनल पे प्रोग्राम। जी बेसिकली वी आर फ्रॉम लुधियाना, ठीक है। तो हम दिल्ली में रह रहे हैं, तो हम एम्स में जॉब कर रही हूँ फिलहाल। तो मतलब मैंने अगर अपनी नीड अगर के लिए आपकी पूछना। साल की आमदन 50 लाख रुपए से ऊपर है जिसकी आप इनकम टैक्स की रिटर्न भरते हैं, तो आपका बच्चा हाँ। किसी भी स्कूल में कनाडा में पढ़ने के लिए जा सकता है। अगर आप बोले मेरे पास इतने का टैक्स नहीं है, मैं इतने पैसों पे टैक्स नहीं देती, तो नहीं जा पाएगा। जिस ऑफिसर ने आपको वीजा देना है उसने सबसे पहले आपकी इनकम देखनी है कि आपको आमदन कितनी है। हाँ जी जी जी, बिल्कुल बिल्कुल। अच्छा, तो क्या है मतलब कि प्रोसीजर क्या है जाने का? स्कूल में दाखला होता है, बच्चे के माँ हाँ। बाप पैसे जमा कराते हैं, उसके बाद बच्चे को वीजा मिल जाता है। तो पहले कितना पैसा जमा करवाना? 20 लाख? हाँ जी, 20 लाख रुपए फीस है वहाँ पे पढ़ाई की और बोर्डिंग की 1 साल की में। ओके। नहीं तो ये ऐसे क्या है कि गार्डियन कैसे जाएंगे फिर साथ में? अकेले बच्ची तो रह नहीं पाएगी। इसीलिए तो मैं मना कर रहा हूँ ना कि नहीं जा सकते। जो गार्डियन जाएंगे फिर 2 लाख 13 रुपए साल महीना की है। उसका भी खर्चा होगा ना। ओके, फिर पीछे आमदन करोड़ों में चाहिए ना मैडम। बिल्कुल बिल्कुल चाहिए। आप लोग बेसिकली वीजा यूज करना चाहते हैं कि गार्डियन वीजा आपको मिल जाए और बच्चे को स्कूलिंग वीजा मिल जाए। हाँ जी। ये नहीं हम होता, क्या ऐसा देखिए कुछ तो नहीं है। ऐसा इंडियन लोगों के लिए नहीं है कोई भी ऐसी पॉलिसी। अच्छा अच्छा जी मैम। जी। अगर कोई स्पॉन्सर करता है तो? मैं समझा नहीं आपकी बात। मैंने मतलब कि जो मेरी नीस है जी उसकी कजन है वहाँ पे हाँ जी वैंकूवर में। जी। तो तो उससे क्या ऐसा कुछ होगा सिस्टम मैडम? है? उससे कुछ नहीं होगा, सबके कोई ना कोई रिश्तेदार तो होते ही हैं बाहर में। हम्म। आप दिमाग मत लगाइए इसके ऊपर, ये काम नहीं होना। अपने अपने पैसे खराब कर लेने हैं। ओके। काम वो करते हैं जो थैंक कोई यू सो कर रहा मच। हो। जो चीज कभी सुनी नहीं देखी नहीं, आप उसकी तरफ मत जाइए। अच्छा, तो कहाँ हो सकता बच्चे का? मैं नहीं, चाहती हूँ इंडिया कि इंडिया में हो सकता है मैडम। आप स्कूलिंग के लिए बच्चा नहीं भेज सकते, कोई कंट्री वीजा नहीं देती स्कूलिंग के लिए। कुछ लोग बोलते हैं ना कि हम लेटर दिलवा देंगे, ये करेंगे उनको वो पैसे करेंगे। चाहिए, आप 50,000 रुपया देंगे उनको लेटर देने का, कल को पैसे वापस नहीं मिलेंगे आपके वहां से। जो कुछ लोग आपको बोल रहे हैं, आप उनको बोलिए कुछ लोगों के पासपोर्ट दिखाएं जिनके कभी वीजा लगे हो स्कूलिंग में। ओके। आज तक किसी को वीजा नहीं मिला इस पे। अच्छा अच्छा। हाँ, मैं इसलिए मैं आपसे बात कर रही थी। मेरी नीस खुद ही बोल रही थी वहाँ उनसे करके देखो। जी मैम, नहीं ये मिस्टर काम विनय नहीं हेरी। हो पाएगा मैम। जी नाम बताइए अपना। हाँ जी, नाम दसो जी, कौन बोलते तुसी? ਤੁਹਾਡੇ ਹਰ ਇੱਕ ਕੰਸਰਨ ਦਾ ਜਵਾਬ ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਕਈ ਵਾਰ ਕੁਝ ਇੱਕ ਸਵਾਲ ਤੁਹਾਡੇ ਜਵਾਬ ਦੇਣ ਦੇ ਲਾਇਕ ਨਹੀਂ ਹੁੰਦੇ, ਇਸ ਕਰਕੇ ਮੈਂ ਨਹੀਂ ਉਹਨਾਂ ਸਵਾਲਾਂ ਨੂੰ ਜਵਾਬ ਦੇ ਸਕਦਾ। ਜੀ ਨਾਮ ਦੱਸੋ ਜੀ, कौन बोल रहे हो? हेलो जी नाम बताइए, कौन बोल रहे हैं? हाँ जी, सत श्री अकाल जी। मेरी वाइफ कॉल करना चाहती हूँ। जी करा दो जी कल। हेलो जी मैडम बताइए, क्या जानना चाहते हैं? सर एक्चुअली मैं स्टडी वीज़ा ਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕੈਨੇਡਾ ਦੇ ਵਿੱਚ। हाँ जी ਕੈਨੇਡਾ ਸਟੱਡੀ ਦੇ ਰਿਗਾਰਡਿੰਗ ਗੱਲ ਕਰਨਾ ਚਾਹ ਰਹੀ ਸੀ ਸਰ। ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? सर एक्चुअली मैं करंटली टीचिंग लाइन में हाँ जी पास्ट 3 इयर्स तो मैं टीचिंग लाइन में हाँ ਤੇ ਮੈਂ मतलब ਇਹਦੇ ਤੇ ਇੰਡੀਅਨ ਕੁਆਲੀਫਿਕੇਸ਼ਨ ਮੇਰੀ ਜਿਹੜੀ ਹੈ ਲਾਸਟ ਹੈ ਐਮਕਾਮ ਦੀ ਡਿਗਰੀ ਤੇ ਮੈਂ ਸੀਐਸ ਐਲਐਲਬੀ ਤੇ ਗ੍ਰੈਜੂਏਸ਼ਨ ਵਿੱਚ ਬੀਕਾਮ ਆਨਰਸ ਕੀਤਾ ਹੋਇਆ ਤੇ ਬੀਐਡ ਦੀ ਡਿਗਰੀ ਮੇਰੀ ਕੋਲ ਹੈ ਸਰ। ओके आई मैम एम मैरिड एंड आई हैव अ बेबी ओके 6 months old। मैं जानना चाह रही थी कि मेरी मैं एमएड ਦੇ ਲਈ ਜਾਂ ਕਿਸੇ ਹੋਰ ਕੋਰਸ ਦੇ ਲਈ ਜੇ ਅਪਲਾਈ ਕਰ ਸਕਦੇ ਹੋ। ਉਹਦੇ ਲਈ ਆਇਲਸ ਕਰ ਲਓ ਪਹਿਲਾਂ। ਆਇਲਸ 6.5 ਬੈਂਡ ਚਾਹੀਦੇ ਹੋਣਗੇ ਜੀ। सर मास्टर्स हाँ जी, मास्टर्स इन एजुकेशन ਚ ਦਾਖਲਾ ਹੋ ਜਾਏਗਾ। हाँ जी सर। ਇਹਦੇ ਲਈ 6.5 ਬੈਂਡ ਚਾਹੀਦੇ ਆਇਲਸ ਦੇ। ਤੁਸੀਂ ਆਇਲਸ ਲੈ ਕੇ ਸਾਡੇ ਨਾਲ ਸੰਪਰਕ ਕਰ ਲਿਓ ਜੀ। अच्छा सर, एकेडमिक ਵਿੱਚ 6.5 चाहिए। ਜੀ ਮੈਮ। हाँ जी हाँ। ਤੁਹਾਡਾ ਵੀ ਕੋਈ ਕੰਸਰਨ ਹੈ ਸਾਨੂੰ ਹੁਣੇ ਕਾਲ ਕਰੋ।
ਤੁਹਾਡੇ ਸਵਾਲ ਦੇ ਜਵਾਬ ਦੇਣ ਦੀ ਜ਼ਿੰਮੇਵਾਰੀ ਸਾਡੀ ਹੋਏਗੀ। ਦਿੱਕਤਾਂ ਬਹੁਤ ਨੇ, ਹੱਲ ਬਹੁਤ ਘੱਟ ਹੁੰਦੇ ਆ, ਹਰ ਕਿਸੇ ਨੂੰ ਬਾਹਰ ਨਹੀਂ ਭੇਜਿਆ ਜਾ ਸਕਦਾ। जी नाम दसो जी, कौन बोल रहे हो? जी नाम दसो, कौन बोल रहे हो जी? हेलो जी नाम बताइए, कौन बोल रहे हैं? हाँ सर, मैं संदीप सिंह बोल रहा हूँ दिल्ली तो। सत श्री अकाल जी। जी सत श्री अकाल। की जानना चाहते संदीप जी? भाई शुक्र मना पहले फोन लग्या ਤੁਹਾਡਾ। जी दसो की जानना चाहते जे? ਭਾਈ ਮੇਰੀ ਬੇਟੀ ਹੈਗੀ, ਹੁਣ 12th ਦੇ ਹੁਣ ਰਿਜ਼ਲਟ ਆਏਗਾ ਉਹਦਾ। ਆਇਲਸ ਤੋਂ 6.5 ਆਏ ਨੇ ਤੇ ਜਿਹੜੀ ਪ੍ਰੈਡਿਕਟਡ ਮਾਰਕ ਸ਼ੀਟ ਹੁੰਦੀ ਹੈ 86% ਹੈ। ਹਾਂਜੀ। ਤੇ ਸੈਨਿਕਾ ਕਾਲਜ ਵਾਸਤੇ ਅਸੀਂ ਸਿਲੈਕਟ ਕੀਤਾ, ਸੈਨਿਕਾ ਕਾਲਜ ਵਾਸਤੇ ਬਿਹੇਵੀਅਰ ਸਾਇੰਸ। ਤੇ ਕਿਵੇਂ ਰਹੇਗਾ? ਬਹੁਤ ਅੱਛਾ ਕਾਲਜ ਹੈ ਜੀ, ਕਰ ਲਓ ਅਪਲਾਈ, ਵੀਜ਼ਾ ਆ ਜਾਏਗਾ ਤੁਹਾਡਾ। ਜਨਵਰੀ ਇਨਟੇਕ ਕਰਿਓ, ਸਤੰਬਰ ਚ ਨਹੀਂ ਹੋਣਾ ਹੈ। ਓਕੇ ਜੀ। ਤੇ ਤੁਹਾਡੇ ਰਿਲੇਟਿਵ ਕਾਲ ਵੀ ਆਇਆ ਸੀ, ਮੈਂ ਉਹਨਾਂ ਨੂੰ ਅੱਜ ਭੇਜਨੇ ਵੀ ਨੇ ਪੇਪਰ ਸਾਰੇ। ਭੇਜ ਦਿਓ, ਅਪਲਾਈ ਕਰਾ ਦੋਗੇ ਤੁਹਾਨੂੰ। ਜੇ ਐਡਮਿਸ਼ਨ ਆ ਗਈ ਉਸ ਤੋਂ ਬਾਅਦ ਅਪਲਾਈ ਕਰਾ ਲਿਓ। ਚਲੋ ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਜੀ ਸਰ। जी नाम दसो जी, नाम दसो जी, कौन बोल रहे हो? हेलो जी नाम दसो, कौन बोल रहे हो तुसी? सत श्री अकाल सर, मैं बिनी मेरा नाम बिनी है। हाँ जी। मैं दिल्ली से बोल रही हूँ। सर एक्चुअली मैं आइल्स के लिए प्रिपेयर कर रही थी, तो मैं थोड़ा सा कंफ्यूज हो रही थी आगे जाने के लिए। मैं बाय प्रोफेशन में टीचर हूँ और मैंने बीएड कर रखा है और मैं डबल एमए हूँ। तो मैं आगे कनाडा के लिए अप्लाई करना चाहती हूँ, तो मैं उसी प्रोसेस के बारे में जानना चाह रही थी। जी आइल्स कर लीजिए 6.5 बैंड, उसके बाद मास्टर्स में एडमिशन होगा और वीजा लग जाएगा आपका। ठीक है। और सर इसके मतलब क्या चार्जेस वगैरह रहेंगे? 15 से 20 लाख रुपया मैडम इसका खर्चा आ जाता है जी। ठीक है। और ये मतलब जो मास्टर्स का ये जो कोर्स है, मतलब इसका क्या ड्यूरेशन रहता है? 2 इयर्स होगी मैम। 2 इयर्स होगी जी। ओके, थैंक यू सर। थैंक यू जी, धन्यवाद जी। नाम दसो जी अपना, कौन बोल रहे हो? सर जी मैं अंकित से देवा कपूरथला से। जी क्या जानना चाहते हैं? सर जी कोई अमेरिका के लिए है जैसे बिना आइलेट के लिए? नहीं सर नहीं, अभी शुरू नहीं हुआ जी। कब तक हो जाएगा? देखो अभी बंद है जी सारा कुछ। अच्छा। हाँ जी। कितना समय लग जाएगा अभी से कुछ नहीं पता? 2-3 महीने लग जाएंगे जी अभी। और ओके 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 ओके। उसमें वैसे पैसे कितने लगते हैं, थोड़ा आइडिया बता सकते हैं? अभी कुछ नहीं बता सकते जी, अभी सब कुछ बंद पड़ा हुआ जी। ओके जी ओके जी, चलो ठीक है सर जी, थैंक यू जी। नाम दसो अपना, कौन बोल रहे हो? सत श्री अकाल, मेरा नाम विनय है जी। नाम दसो अपना, कौन बोल रहे तुसी? हाँ जी सर, मैं राज बोल रहा हूँ दिल्ली से। जी राज जी की जानना चाहते हो? सर मेरी कजन है एक, ਉਹਨਾਂ ਦੀ ਮੈਰਿਜ ਨੂੰ 5 ਸਾਲ ਹੋ ਗਏ ਨੇ। ਹਾਂਜੀ। ਤੇ ਉਹਨਾਂ ਨੇ 2010 ਚ ਕਲੀਅਰ ਕੀਤੀ ਸੀ ਬੀਕਾਮ ਦਿੱਲੀ ਯੂਨੀਵਰਸਿਟੀ ਤੋਂ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਰੈਗੂਲਰ ਜੌਬ ਕਰ ਰਹੇ ਨੇ ਐਚਡੀਐਫਸੀ ਬੈਂਕ ਵਿੱਚ। ਸੈਲਰੀ ਅਕਾਊਂਟ ਚ ਆਉਂਦੀ ਹੈ ਤੇ ਫਾਰਮ ਸਿਸਟਮ ਸਭ ਕੁਝ ਹੈਗਾ, ਓਪਨ ਲੈਟਰ ਸਭ ਕੁਝ ਹੈਗਾ ਉਹਨਾਂ ਕੋਲ। ਠੀਕ ਹੈ ਜੀ। ਤੇ ਆਈਲੈਟ ਦੀ ਤਿਆਰੀ ਚੱਲ ਰਹੀ ਹੈ, ਪੇਪਰ ਦਿੱਤਾ ਨਹੀਂ ਹੈ। ਬ੍ਰਿਟਿਸ਼ ਕਾਉਂਸਲ ਹੈ ਨਾ ਕਨਾਟ ਪਲੇਸ ਚ, ਆਨਲਾਈਨ ਕਲਾਸ ਚੱਲ ਰਹੀ ਹੈ ਉਹਨਾਂ ਦੀ। ਠੀਕ ਹੈ ਜੀ। ਤੇ ਸਰ ਪੋਸੀਬਿਲਿਟੀ ਹੈ ਉਹਨਾਂ ਦੇ ਲੱਗਣ ਦੀ, ਮੈਂ ਗੈਪ ਡਿਸਟ੍ਰਿਕਟ ਹੋ ਸਕਦਾ ਹੈ? ਹਾਂਜੀ ਤੁਸੀਂ ਆਇਲਸ ਕਰਕੇ ਸੰਪਰਕ ਕਰਿਓ, ਫਿਰ ਫਾਈਲ ਰੈਡੀ ਕਰਕੇ ਜਮ੍ਹਾਂ ਕਰਾਵਾਂਗੇ ਜੀ ਉਹਨਾਂ ਦੀ। ਸਰ ਇਹਨਾਂ ਨੇ ਬੀਕਾਮ ਨਾ ਕਰਸਪੋਂਡੈਂਸ ਨੂੰ ਕੀਤੀ ਹੈ, ਇੱਕ ਪੋਸੀਬਿਲਿਟੀ ਹੈ ਲੱਗਣ ਦੀ? ਕਰਸਪੋਂਡੈਂਸ ਲੱਗ ਜਾਂਦੀ ਹੈ? ਲੱਗ ਜਾਂਦਾ ਜੀ, ਲੱਗ ਜਾਂਦਾ, ਵੀਜ਼ਾ ਲੱਗ ਜਾਂਦਾ। ਤੇ ਸਰ ਕਿੰਨੇ ਬੈਂਡ ਦੀ ਰਿਕੁਆਇਰਮੈਂਟ ਹੋਏਗੀ ਇਹਨਾਂ ਨੂੰ? 6.5 ਬੈਂਡ ਚਾਹੀਦੇ ਹੋਣਗੇ। 6.5? ਹਾਂਜੀ। ਤੇ ਸਰ 12 ਸਾਲ ਦਾ ਗੈਪ ਹੈ ਤੇ ਕੋਈ ਪ੍ਰੋਬਲਮ ਨਹੀਂ ਹੋਏਗੀ? ਸਰ ਜਦੋਂ ਆਪਾਂ ਅਪਲਾਈ ਕਰਾਂਗੇ ਨਾ ਉਸ ਦਿਨ ਤੁਹਾਨੂੰ ਦੱਸ ਪਾਉਂਗਾ। ਅੱਛਾ। ਅੱਜ ਦੇ ਦਿਨ ਚ ਕੋਈ ਦਿੱਕਤ ਨਹੀਂ, ਅੱਜ ਕੇਸ ਲੱਗਦਾ ਪਿਆ। ਕੇਸ ਲੱਗਦਾ ਪਿਆ? ਹਾਂਜੀ। ਤੇ ਮਿਨੀਮਮ 6.5 ਲੈ ਕੇ 6 ਬੈਂਡ ਚਾਹੀਦੇ ਹੁੰਦੇ। ਹਾਂ ਬੈਂਡ ਲੈ ਕੇ ਆਓ, ਉਸ ਤੋਂ ਬਾਅਦ ਤੁਹਾਨੂੰ ਉਦੋਂ ਦੱਸਾਂਗੇ ਵੀ ਹੁਣ ਕੀ ਕਾਨੂੰਨ ਚੱਲ ਰਿਹਾ, ਹੁਣ ਕੀ ਹੋਣਾ ਅੱਗੇ ਤੁਹਾਡਾ। ਅੱਛਾ ਜੀ ਠੀਕ ਹੈ। ਸਰ ਉਹਨਾਂ ਦੀ ਮੈਰਿਜ ਹੋ ਗਈ ਤੇ ਸਪਾਊਸ ਨਾਲ ਜਾ ਸਕਦਾ ਹੈ, ਫਿਰ ਬਾਅਦ ਚ ਆਏਗਾ? ਜੇ ਨਵਾਂ ਵਿਆਹ ਹੋਏਗਾ ਫਿਰ ਨਹੀਂ ਜਾਏਗਾ ਜੀ, ਜੇ ਕੋਈ ਪੁਰਾਣੀ ਮੈਰਿਜ ਹੋਏਗੀ ਨਹੀਂ 5 ਸਾਲ ਹੋ ਗਏ ਵਿਆਹ ਨੂੰ ਉਹਨਾਂ ਦੇ ਨਾਲ। ਫਿਰ ਚਲੇ ਜਾਏਗਾ ਜੀ, ਨਾਲ ਹੀ ਚੱਲ ਜਾਏਗਾ।
ਜੀ ਠੀਕ ਹੈ ਸਰ, ਮੈਂ ਪੇਪਰ ਉਹਨਾਂ ਦਾ ਆਨਲਾਈਨ ਸ਼ਾਇਦ ਓਪਨ ਨਹੀਂ ਹੋਇਆ, ਹਾਂ ਤੇ ਜੀ, ਜਿੱਦਾਂ ਜਦੋਂ ਓਪਨ ਹੋ ਹੋਇਆ ਮੈਂ ਜਾਂਦੀ ਤੁਹਾਨੂੰ ਫਿਰ ਕਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ जी। नाम बताइए अपना। हेलो जी नाम बताइए, कौन सा आप बोल रहे हैं? जी, मेरा साहिल नाम है जी। मेरा ना सर वीजा आया हुआ है कनाडा का, तो मैं पूछना है कि मैं पार्ट टाइम ऑनलाइन क्लासेस लगांदा पिया सीगा, ਤੇ ਮੈਂ ਇੱਥੇ ਫੁੱਲ ਟਾਈਮ ਕੰਮ ਕਰ ਸਕਦਾ ਨਾਲ ਕਲਾਸਿਸ ਦੇ ਬਾਅਦ, ਤੇ ਅੱਗੇ ਪੀਆਰ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਆਏਗੀ? ਦਿੱਕਤ ਨਹੀਂ ਜੀ, ਤੁਸੀਂ ਇੰਡੀਆ 'ਚ ਬੈਠੇ ਹੋ, ਤੁਸੀਂ ਕੈਨੇਡਾ 'ਚ ਨਹੀਂ ਹੈਗੇ। ਹਾਂਜੀ ਜੇ ਹਾਂਜੀ ਤੁਸੀਂ ਕੈਨੇਡਾ 'ਚ ਹੋ ਫਿਰ ਨਹੀਂ ਤੁਸੀਂ ਕੰਮ ਕਰ ਸਕਦੇ, ਇੰਡੀਆ 'ਚ ਤੁਸੀਂ ਕੰਮ ਕਰ ਸਕਦੇ ਹੋ। ਹਾਂਜੀ ਸਰ, ਇੱਕ ਹੋਰ ਸਰ, ਮੇਰਾ ਐਕਚੁਅਲੀ ਵੀਜ਼ਾ ਆਇਆ ਹੋਇਆ ਤੇ ਮੇਰੇ ਫਰੈਂਡ ਨੇ ਅਪਲਾਈ ਕਰਨਾ ਹੈ, ਉਹਨੇ ਐਮਬੀਏ ਕੀਤੀ ਹੋਈ, ਤੇ ਸਰ ਉਹਦੇ ਵਾਸਤੇ ਕੋਰਸ ਕਿਹੜਾ ਵਧੀਆ ਰਹੇਗਾ ਜੇ ਉਹਨੇ ਅਪਲਾਈ ਕਰਨਾ ਹੋਵੇਗਾ ਕੈਨੇਡਾ ਵਾਸਤੇ? ਮਾਸਟਰਸ ਆਫ ਮੈਨੇਜਮੈਂਟ ਕਰਾ ਦਿਓ ਜਾਂ ਮਾਸਟਰਸ ਆਫ ਪ੍ਰੋਜੈਕਟ ਮੈਨੇਜਮੈਂਟ ਕਰਾ ਦਿਓ। ਅੱਛਾ ਠੀਕ ਹੈ ਸਰ, ਥੈਂਕ ਯੂ ਸਰ। ਧੰਨਵਾਦ। ਤੁਹਾਡਾ ਵੀ ਕੋਈ ਕੰਸਰਨ ਹੈ ਸਾਨੂੰ ਹੁਣੇ ਹੀ ਕਾਲ ਕਰੋ ਜੀ। ਨਾਮ ਦੱਸੋ ਜੀ ਆਪਣਾ। ਹਾਂਜੀ ਨਮਸਕਾਰ ਜੀ। ਨਮਸਕਾਰ ਜੀ, ਨਾਮ ਦੱਸੋ, ਕੌਣ ਕਿੱਥੋਂ ਬੋਲ ਰਹੇ ਹੋ? ਸੁਲਤਾਨਪੁਰ ਲੋਧੀ ਤੋਂ ਬੋਲ ਰਹੇ ਰਕੇਸ਼ ਕੁਮਾਰ ਜੀ। ਹਾਂਜੀ ਜੀ, ਕੀ ਜਾਣਨਾ ਚਾਹੁੰਦੇ ਹੋ? ਬੇਟਾ ਗਿਆ ਹੈ ਕੈਨੇਡਾ। ਅੱਛਾ ਜੀ। ਤੇ ਆਪਣਾ ਅਸੀਂ ਵੀਜ਼ਾ ਲਵਾਉਣਾ ਚਾਹੁੰਦੇ ਹਾਂ ਆਪਣੇ ਮੀਆਂ ਬੀਬੀ ਦਾ। ਹਾਂਜੀ, ਹਜੇ ਰੁਕ ਜਾਓ ਥੋੜੀ ਦੇਰ ਜੀ, ਹਜੇ ਬੰਦ ਹੈ ਕੰਮ ਸਾਰਾ। ਉਹਦਾ ਖਰਚਾ ਕਿੰਨਾ ਕੁ ਆ ਜਾਂਦਾ ਜੀ? $150 ਲੱਗਦੇ ਆ ਜੀ। $150 ਲੱਗਣੇ ਜੀ? $150 ਵੀਜ਼ਾ ਫੀਸ ਹੁੰਦੀ ਹੈ ਜੀ। ਅੱਛਾ ਜੀ, ਹਾਂਜੀ ਠੀਕ ਹੈ ਸਰ। ਤੇ ਤੁਹਾਡਾ ਖਰਚਾ ਜੀ? ਅਸੀਂ 50,000 ਰੁਪਏ ਲਵਾਂਗੇ ਜੀ ਸਾਰੇ ਕੰਮ ਦਾ। ਠੀਕ ਹੈ, ਓਕੇ ਓਕੇ ਜੀ। ਨਾਮ ਦੱਸੋ ਜੀ ਆਪਣਾ। ਕੋਈ ਵੀ ਕੰਸਰਨ ਹੈ ਅਸੀਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਨਾਮ ਦੱਸੋ ਆਪਣਾ। ਦਵਿੰਦਰ ਕੌਰ ਹੈ ਨਾਮ ਮੇਰਾ। ਕਿੱਥੋਂ ਬੋਲਦੇ ਹੋ? ਸਤਿ ਸ਼੍ਰੀ ਅਕਾਲ, ਮੈਂ ਨਾਗਪੁਰ ਤੋਂ ਬੋਲ ਰਹੀ ਹਾਂ। ਕੀ ਜਾਣਨਾ ਚਾਹੁੰਦੇ ਹੋ? ਮੈਂ ਆਪਣੇ ਬੇਟੇ ਬਾਰੇ ਪੁੱਛਣਾ। ਕਿੰਨਾ ਪੜ੍ਹਿਆ ਜੀ ਬੱਚਾ ਤੁਹਾਡਾ? 12th ਕੀਤੀ ਉਹਨੇ। ਹਾਂਜੀ, ਕੀ ਜਾਣਨਾ ਚਾਹੁੰਦੇ ਹੋ? ਤੇ ਉਹਨੂੰ ਆਈਲੈਟਸ ਕਰਾਉਣੀ ਹੈ। ਹਾਂਜੀ, ਤੇ ਉਹਨੂੰ ਕਿੰਨੇ ਬੈਂਡ ਲੈਣੇ ਚਾਹੀਦੇ ਨੇ? ਮਤਲਬ 6 ਬੈਂਡ ਚਾਹੀਦੇ ਆ ਡਿਪਲੋਮੇ ਵਾਸਤੇ ਜੀ, 6.5 ਬੈਂਡ ਚਾਹੀਦੇ ਡਿਗਰੀ ਵਾਸਤੇ। ਤੇ ਜੀ ਮਤਲਬ ਕਿੰਨੇ ਪੈਸੇ ਲੱਗਣਗੇ ਬਾਹਰ ਕੁਝ? 12 ਤੋਂ 15 ਕੁ ਲੱਖ ਰੁਪਏ ਲੱਗ ਜਾਣਾ ਜੀ ਸਾਰਾ। 12 ਤੋਂ 15 ਲੱਖ ਰੁਪਏ ਲੱਗਣਾ ਭੈਣ ਜੀ। 12 ਤੋਂ 15 ਲੱਖ? ਹਾਂਜੀ, ਪੂਰਾ 3 ਸਾਲ ਦਾ ਮਤਲਬ? 12 ਤੋਂ 15 ਲੱਖ ਰੁਪਈਆ ਲੱਗਣਾ ਜੀ ਪੜ੍ਹਾਈ ਦਾ ਖਰਚਾ ਜੀ। ਅੱਛਾ ਅੱਛਾ। ਹਾਂਜੀ ਤੇ ਉੱਥੇ ਜੀ ਉਹਨੂੰ ਮਤਲਬ ਉਹ ਵੀ ਮਿਲ ਜੇ ਕੰਮ ਕਰਨ ਦਾ ਕਿਸ ਤਰ੍ਹਾਂ? ਹਾਂਜੀ, ਕੰਮ ਕਰ ਸਕਦਾ ਜੀ 20 ਘੰਟੇ ਜੀ। ਨਾਮ ਦੱਸੋ ਆਪਣਾ। ਹੈਲੋ ਜੀ, ਨਾਮ ਦੱਸੋ, ਕੌਣ ਬੋਲਦੇ ਹੋ? मेरा नाम अखिलेश कुमार है। अखिलेश कुमार कहाँ से बोल रहे हैं? मैं मथुरा से बोल रहा हूँ, पुणे में रहता हूँ, पढ़ाई करता हूँ पुणे में। क्या जानना चाहते हैं अखिलेश भाई? सर मैं ये जानना चाहता हूँ, एक मेरे दोस्त हैं वो मुझे स्पॉन्सर करना चाहते हैं कनाडा के। और मेरे पास आइल्स का बैंड नहीं है अभी। मेरी स्टडी मैंने ग्रेजुएशन किया है साइंस से जी। तो अगर स्पॉन्सर करे बंदा करते तो विदाउट आइल्स या फिर कुछ आइल्स में बैंड कम हो तो काम हो सकता है क्या? नहीं, बिल्कुल नहीं हो सकता जी। आपको आइल्स में 6 बैंड लेना पड़ेगा, उसके बिना वीजा नहीं होगा। और उसके बाद जो प्रोसीजर रहेगा, मतलब जैसे उन्होंने मुझे स्पॉन्सर किया, मेरे डॉक्यूमेंट एक्चुअली मेरे पास है ना कुछ स्किल नहीं है, तो वहाँ पे डिमांड है स्किल की है वीजा के लिए। नहीं, वो लेनी पड़ेगी। जब तक आप आइल्स नहीं करेंगे आपको वीजा नहीं मिलेगा जी। सर मैं आइल्स कर लूंगा, मैं पढ़ाई कर रहा हूँ यहाँ पे इंग्लिश में हूँ मैं। जब आपके जब आइल्स कर लूंगा तो स्किल का भी जरूरत रहता है, रिक्वायरमेंट उसमें कुछ स्किल ऐसा कोई समथिंग नहीं, आप 12वीं क्लास पास होने चाहिए बस जी। 12वीं क्लास ਤੁਸੀਂ ਪਾਸ ਕੀਤੀ ਹੈ, ਤੁਸੀਂ ਕੈਨੇਡਾ ਚ ਪੜ੍ਹਨ ਵਾਸਤੇ ਜਾ ਸਕਦੇ ਹੋ ਜੀ। ਨਾਮ ਦੱਸੋ ਆਪਣਾ। सर नमस्कार, अमन बोल रहा हूँ सर। मैं, मेरा नाम अमन है सर। जी अमन, कहाँ से बोल रहे हैं?
सर मैं अम्बाला से बोल रहा हूँ। क्या जानना चाहते हैं अमन जी? सर मैं ज़्यादा नहीं, मतलब थोड़ी जानकारी चाहता हूँ। मैं ये जानना चाहता हूँ कि सर जो स्पाउस वीज़ा होता है जी, तो सर उसमें जो पार्टनर होता है, जो फीमेल पार्टनर होता है, तो उसे कनाडा मतलब इंडिया से कनाडा ले जाके वहाँ पर जो पीआर मिलती है वो होना जरूरी है? जो वहीं के जो परमानेंट है उनके साथ भी हो सकता है? नहीं, किसी के साथ भी हो सकता है जी। यानी कि जो वहाँ पर पहले से ही रह रहे हैं, जो पर्टिकुलरली कैनेडियन, तो उनके साथ सर बन सकती है बात ऐसे? तो आपको बनानी पड़ेगी, अगर आपको ऐसा मैच मिल जाता है तो हो जाएगा काम आपका। ओके सर, तो मतलब सर तो इसके लिए क्या करना होगा? आपको पहले कितने आइल्स करनी पैसे तक होगी, खर्चा? आपको अंग्रेजी का टेस्ट देना है आइल्स का। ओके, जब आपका आइल्स हो जाता है अब उसके बाद हमें संपर्क करना, 3 से 4 महीने में आपका काम हो जाएगा। ओके जी, एक क्वेश्चन और था सर। जी बताइए। एक क्या सर ऐसा हो सकता है कि मैं टूरिस्ट वीजा लेकर जाता हूँ और देन वहाँ उनसे मैनेज करता हूँ और फिर पीआर के लिए अप्लाई करूँ? टूरिस्ट वीजा या वो कौन कौन सा देगा करें? आपको? टूरिस्ट वीजा नहीं मिलता है ऐसे। ओके, जी, तो वैसे सर जो ये स्पाउस वाला है इसमें टोटल कितना खर्चा हो सकता है? 15 से 20 लाख रुपए लगता है जी। ओके ओके ओके, थैंक यू सर। जी धन्यवाद जी। नाम दसो जी, की जानना चाहते हो जी? नाम दसो की जानना चाहते हो? हेलो सर, सत श्रीकाल जी। सत श्री अकाल जी। सर मेरा नाम नवी है जी। नवी हाँ जी, हुशियारपुर तो बोल रहे हैं जी। की जानना चाहते नवी जी? सर मैं बायोमेट्रिक सर कल तक ओपन होने? उम्मीद है जुलाई फर्स्ट वीक च हो जाएंगे जी ओपन। हाँ जी, जुलाई अगले महीने फर्स्ट वीक च शुरू हो जाएंगे जी। अच्छा ठीक है जी। सर मैं वैसे प्लस 2 की, मैं मतलब जे एग्जाम आइलस ਦਾ ਨਹੀਂ ਕੀਤਾ, ਵਿਦਆਊਟ ਆਈਲਸ ਜਾ ਸਕਦੇ ਕੈਨੇਡਾ? ਨਹੀਂ, ਅਸੀਂ ਨਹੀਂ ਭੇਜਦੇ ਜੀ, ਤੁਸੀਂ ਹੋਰ ਕਿਤੋਂ ਟਰਾਈ ਕਰ ਲਿਓ। ਠੀਕ ਹੈ ਜੀ। ਅਸੀਂ ਆਇਲਸ ਨਾਲ ਬਾਇਓਮੈਟ੍ਰਿਕ ਸਰ 6 ਬੈਂਡ ਤੁਹਾਡੇ ਹੋਣਗੇ ਆਇਲਸ ਦੇ ਵਿੱਚ ਤਾਂ ਤੁਸੀਂ ਜਾ ਸਕਦੇ ਹੋ। 6 ਬੈਂਡ ਤੋਂ ਥੱਲੇ ਤੁਹਾਡਾ ਵੀਜ਼ਾ ਨਹੀਂ ਆਣਾ ਜੀ। ਤੁਹਾਨੂੰ ਸਕਰੀਨ ਤੇ ਨੰਬਰ ਨਜ਼ਰ ਆ ਰਿਹਾ ਹੈ, ਤੁਸੀਂ ਇਸ ਨੰਬਰ ਤੇ ਕਾਲ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਕਿ ਕਿੱਦਾਂ ਤੁਹਾਡਾ ਵੀਜ਼ਾ ਲੱਗੇਗਾ। ਅਸੀਂ ਹਰ ਰੋਜ਼ ਲਾਈਵ ਸ਼ੁਰੂ ਕੀਤਾ ਦੁਪਹਿਰੇ 3 ਵਜੇ, ਰਾਤ ਨੂੰ 9 ਵਜੇ ਤਾਂ ਸਵੇਰੇ 9 ਵਜੇ। ਇਹ 3 ਟਾਈਮ ਰੱਖੇ ਗਏ ਆ ਤਾਂ ਜੋ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਘਰ ਬੈਠੇ ਮਿਲ ਦਿੱਤੇ ਜਾਣ। ਜੀ ਨਾਮ ਦੱਸੋ ਜੀ ਆਪਣਾ। हेलो ਜੀ ਨਾਮ ਦੱਸੋ। मुकेश बोल रहे हैं ਮੁਕੇਸ਼ ਜੀ, ਕੀ ਜਾਣਨਾ ਚਾਹੁੰਦੇ ਹੋ? सर एक्चुअली मैं मास्टर डिग्री की थी 2014 ਵਿੱਚ ਜੀ ਤੇ ਮੈਂ ਐਕਚੁਅਲੀ 2009 ਤੋਂ ਮੈਂ ਗਵਰਨਮੈਂਟ ਜੌਬ ਕਰ ਰਿਹਾ ਯੂਨੀਵਰਸਿਟੀ ਆਫ ਦਿੱਲੀ ਚ। ਠੀਕ ਹੈ ਜੀ। ਤੇ ਮੇਰੀ ਏਜ ਹੈ ਜੀ 38। ਠੀਕ ਤੇ ਹੈ ਮਾਸਟਰ ਡਿਗਰੀ ਜੋ ਮੈਂ ਔਨ ਦਾ ਜੌਬ ਕੀਤੀ ਹੈ 2014 ਵਿੱਚ, ਤੇ ਮੇਰੀ ਰਿਫਿਊਜ਼ਲ ਹੈਗੀ ਹੈ ਇੱਕ ਟੂਰਿਸਟ ਵੀਜ਼ਾ ਦੀ, ਤੇ ਮੈਂ ਸਟੱਡੀ ਵੀਜ਼ਾ ਤੇ ਅਪਲਾਈ ਕਰ ਸਕਦਾ ਜੀ? ਕਰ ਸਕਦੇ ਹੋ ਜੀ। 6.5 ਬੈਂਡ ਲੈ ਲਓ, ਆਇਲਸ ਚ ਵੀਜ਼ਾ ਲੱਗ ਜੂਗਾ ਤੁਹਾਡਾ। ਸਰ ਏਜ ਦਾ ਕੋਈ ਇਸ਼ੂ ਤਾਂ ਨਹੀਂ ਹੈਗਾ ਜੀ? ਨਹੀਂ, ਕੋਈ ਇਸ਼ੂ ਨਹੀਂ ਹੈਗਾ, ਰੈਗੂਲਰ ਹੈ ਤੁਹਾਡਾ ਸਾਰਾ ਕੁਝ। ਹਾਂਜੀ, ਮੈਂ ਵੈਸ ਕੀਤੀ ਹੋਈ ਹੈ 2009 ਤੋਂ। ਮੇਰੇ ਸਾਰਾ ਗੈਪ ਦਾ ਜਸਟੀਫਾਈ ਦਾ ਕਰਨਾ ਹੋਏ ਤੇ ਮੇਰੇ ਕੋਲ ਸਾਰੇ ਡਾਕੂਮੈਂਟ ਹੈਗੇ ਨੇ। ਤੁਸੀਂ ਆਇਲਸ ਕਰਕੇ ਮੇਰੇ ਨਾਲ ਸੰਪਰਕ ਕਰਿਓ, ਮੈਂ ਵੀਜ਼ਾ ਲਵਾ ਦੂੰਗਾ ਤੁਹਾਡਾ। ਸਰ ਜਰਨਲਾਈਜ਼ਡ ਹੈਗਾ ਮੇਰੇ ਕੋਲ, 3 ਵਾਰ ਕੀਤਾ ਹੋਇਆ ਮੈਂ। ਕਿੰਨੇ ਬੈਂਡ ਨੇ ਜੀ ਤੁਹਾਡੇ? ਜਿਹੜਾ ਲਾਸਟ ਟਾਈਮ ਕੀਤਾ ਜੋ ਆਈਡੀਪੀ ਨੇ ਰਿਜ਼ਲਟ ਰੋਕਿਆ ਹੋਇਆ ਤੇ ਉਹਦੇ 6 ਬੈਂਡ ਹੈਗੇ ਨੇ ਓਵਰਆਲ ਜੀ। ਤੇ ਕਦੋਂ ਆਏਗਾ ਰਿਜ਼ਲਟ ਤੁਹਾਡਾ? ਆਈਡੀਪੀ ਵਾਲਾ ਦਾ ਰਿਜ਼ਲਟ ਆਇਆ ਜੀ। ਆਈਡੀਪੀ ਨੇ ਕਿਹਾ ਸਾਡੇ ਆਫਿਸ ਖੁੱਲਣਗੇ, ਅਸੀਂ ਤੁਹਾਨੂੰ ਡਿਸਪੈਚ ਕਰਾਂਗੇ ਉਹ ਸਰਟੀਫਿਕੇਟ। ਤੁਸੀਂ ਆਪ ਦੇ ਸਾਰੇ ਕਾਗਜ਼ ਮੈਨੂੰ ਇੱਕ ਵਾਰ ਈਮੇਲ ਤੇ ਸੈਂਡ ਕਰ ਦਿਓ। ਸਰ ਇੱਕ ਵਾਰ ਤੁਹਾਡੇ ਐਗਜ਼ੀਕਿਊਟਿਵ ਨੇ ਮੇਰੇ ਕੋਲ ਲਿਖੇ ਵੀ ਸੀ, ਮਗਰ ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ ਜੀ ਮੈਨੂੰ। ਮੈਂ ਮੋਹਾਲੀ ਤੁਹਾਡੇ ਆਫਿਸ ਸਕਰੀਨ ਦੇ ਉੱਤੇ ਆਪਣਾ ਈਮੇਲ ਆਈਡੀ ਲਿਖਤਾ, ਤੁਸੀਂ ਈਮੇਲ ਆਈਡੀ ਨੋਟ ਕਰ ਲਓ। ਮੈਨੂੰ ਮੇਲ ਤੇ ਕਾਗਜ਼ ਸੈਂਡ ਕਰੋ, ਨੰਬਰ ਲਿਖੋ, ਮੈਂ ਚੈੱਕ ਕਰਕੇ ਤੁਹਾਨੂੰ ਆਪ ਕਾਲ ਕਰਦਾ ਘੰਟੇ ਤੱਕ। ਤੇ ਸਰ ਮੇਰੇ ਵਾਈਫ ਵੀ ਜਾ ਸਕਦੇ ਨੇ ਨਾਲ? ਹਾਂਜੀ, ਤੁਸੀਂ ਸਾਰਾ ਕੁਝ ਲਿਖ ਕੇ ਦਿਓ ਮੈਨੂੰ, ਮੈਂ ਸਾਰਾ ਸਟੱਡੀ ਕਰਕੇ ਤੁਹਾਨੂੰ ਦੁਬਾਰਾ ਫੋਨ ਕਰਦਾ ਜੀ। ਤੁਹਾਡਾ ਹਰ ਇੱਕ ਸਵਾਲ ਸਾਡੇ ਲਈ ਬਹੁਤ ਵੈਲਿਊਏਬਲ ਹੈ। ਸਾਨੂੰ ਦੱਸੋ ਕੀ ਜਾਣਨਾ ਚਾਹੁੰਦੇ ਜੇ ਤੁਸੀਂ, ਕਿਹੜੀ ਚੀਜ਼ ਦਾ ਡਰ ਹੈ ਅੱਜ ਤੁਹਾਨੂੰ। ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
ਇਹ ਪ੍ਰੋਗਰਾਮ ਸਿਰਫ ਤੁਹਾਡੇ ਵਾਸਤੇ ਹੀ ਸ਼ੁਰੂ ਕੀਤਾ ਗਿਆ ਜੀ। ਨਾਮ ਦੱਸੋ ਆਪਣਾ। हेलो ਜੀ ਨਾਮ ਦੱਸੋ, ਕੌਣ ਬੋਲਦੇ ਜੀ? हाँ जी सर, मैं जैस्मिन बोल रही हूँ लुधियाना तो। ਜੀ ਜੈਸਮੀਨ, ਕੀ ਜਾਣਨਾ ਚਾਹੁੰਦੇ ਹੋ? सर मैं ना मतलब अप्लाई ਕੀਤਾ ਸੀਗਾ ईसी अर्ली चाइल्डहुड ਵਾਸਤੇ ਸੈਨਸ਼ੋ ਕਾਲਜ ਦੇ ਵਿੱਚ, ਹਾਂਜੀ ਤੇ ਉਹਨਾਂ ਨੇ ਮਤਲਬ ਪਤਾ ਨਹੀਂ ਤਾਂ ਕਾਲਜ ਵਾਲਿਆਂ ਦੀ ਗਲਤੀ ਹੈ, ਪਤਾ ਨਹੀਂ ਏਜੰਟ ਨੇ ਗਲਤੀ ਕੀਤੀ, ਉਹਨਾਂ ਨੇ ਮੈਨੂੰ ਆਫਰ ਲੈਟਰ ਭੇਜਤਾ ਰੀਕ੍ਰੀਏਸ਼ਨ ਐਂਡ ਲੇਜ਼ਰ ਸਰਵਿਸਿਜ਼ ਦਾ। ਠੀਕ ਹੈ ਜੀ। ਹਾਂਜੀ, ਤੇ ਹੁਣ ਉਹਦੀ ਮਤਲਬ ਅਸੀਂ ਵੀ ਮਤਲਬ ਕਾਲਜ ਕੀ ਕਹਿੰਦੇ ਆ ਵੀ ਨਾਲ ਦਿਆਂ ਤੋਂ ਵੀ ਪਤਾ ਕੀਤਾ, ਤੇ ਮਤਲਬ ਏਜੰਟ ਨੇ ਵੀ ਸਾਨੂੰ ਕਹਿਤਾ ਵੀ ਚਲੋ ਠੀਕ ਹੈ ਕੋਰਸ ਦਾ ਇਹ, ਤੇ ਅਸੀਂ ਇੱਕ ਵਾਰੀ ਉਹਦੀ ਫੀਸ ਵਗੈਰਾ ਭਰਤੀ, GIC ਭਰਤੀ, ਤੇ ਉਹਦੇ ਬੇਸ ਤੇ ਹੀ ਫਾਈਲ ਲਗਾਤੀ। ਹਾਂਜੀ ਤੇ ਹੁਣ ਸਰ ਮਤਲਬ ਮੈਨੂੰ ਗਾਈਡ ਕਰੋ ਵੀ ਠੀਕ ਹੈ ਇਹ ਕੋਰਸ, ਮਤਲਬ ਵਧੀਆ ਦਾ ਕੋਰਸ ਜਾਂ ਕਿਵੇਂ ਹੈ ਵੀ ਮੈਂ ਤੁਸੀਂ ਪੜ੍ਹਾਈ ਕੀ ਕੀਤੀ ਹੋਈ ਹੈ? ਮੈਂ ਸਰ 12th ਕੀਤੀ ਹੋਈ ਹੈ ਮੈਡੀਕਲ ਦੇ ਵਿੱਚ। ਠੀਕ ਹੈ, ਕਿੰਨੇ ਨੰਬਰ ਹੈ ਤੁਹਾਡੇ 12th ਦੇ ਵਿੱਚ? ਪਰਸੈਂਟੇਜ ਤਾਂ ਮੇਰੀ ਘੱਟ ਹੀ ਸੀਗੀ, 65% ਸੀਗੀ। ਅੱਛਾ ਜੀ, ਤੇ ਕੋਰਸ ਕਿਹੜਾ ਦੇ ਰਹੇ ਤੁਹਾਨੂੰ ਹੁਣ? ਹੁਣ ਰੀਕ੍ਰੀਏਸ਼ਨ ਐਂਡ ਲੇਜ਼ਰ ਸਰਵਿਸਿਜ਼। ਇਹਦਾ ਕੋਈ ਲੈਣ ਦੇਣ ਹੀ ਨਹੀਂ ਤੁਹਾਡੇ ਕੋਰਸ ਨਾਲ, ਰੈਲੇਵੈਂਟ ਹੀ ਨਹੀਂ ਤੁਹਾਡੇ ਪੜ੍ਹਾਈ ਨਾਲ। ਵੀਜ਼ਾ ਰਿਫਿਊਜ਼ ਹੋਣਾ 100% ਤੁਹਾਡਾ। ਅਸੀਂ ਵੈਸੇ ਅਪਲਾਈ ਤਾਂ ਅਰਲੀ ਚਾਈਲਡਹੁੱਡ ਦਾ ਹੀ ਕੀਤਾ ਸੀਗਾ, ਤੇ ਮੈਮ ਕਹਿੰਦੇ ਵੀ ਮੈਡੀਕਲ ਸਟਰੀਮ ਦੇ ਨਾਲ ਮਤਲਬ ਮਿਲ ਜੂਗਾ ਤੁਹਾਨੂੰ ਇਹ। ਬੇਟਾ ਫਿਰ ਮੈਮ ਨਾਲ ਗੱਲ ਕਰੋ, ਮੇਰੇ ਨਾਲ ਨਾ ਕਰੋ, ਕਿਉਂਕਿ ਤੁਸੀਂ ਨਾ ਨੈਗੇਟਿਵ ਹੋ ਜਾਣਾ ਇਹਦੇ ਨਾਲ। ਹਾਂਜੀ ਚਲੋ ਸਰ, ਫਿਰ ਤੁਸੀਂ ਮਤਲਬ ਇੱਕ ਵਾਰ ਸਹੀ ਗਾਈਡੈਂਸ ਦਿਓ ਵੀ ਹੁਣ ਤੁਹਾਨੂੰ ਕੀ ਵੀਜ਼ਾ ਕਰਨਾ ਆਣਾ ਨਹੀਂ, ਚਾਹੀਦਾ। ਤੇਰਾ ਟਾਈਮ ਖਰਾਬ ਹੋਣਾ, ਤੇਰਾ 1.5 ਲੱਖ ਰੁਪਏ ਕੱਟ ਕੇ ਆਣਾ ਵਾਪਸ, ਜਿਹੜੀ ਤੂੰ ਫੀਸ ਭੇਜੀ ਹੈ। ਨਹੀਂ ਮਤਲਬ ਇਹ ਕੋਰਸ ਮੈਡੀਕਲ ਸਟਰੀਮ ਦੇ ਨਾਲ ਰੈਲੇਵੈਂਟ ਨਹੀਂ ਹੈਗਾ। ਤੇਰਾ 1.5 ਲੱਖ ਰੁਪਏ ਕੱਟਿਆ ਜਾਣਾ ਇਹਦੇ ਚ, ਜੇ ਤੇਰਾ ਵੀਜ਼ਾ ਰਿਫਿਊਜ਼ ਹੋ ਗਿਆ। ਤੈਨੂੰ ਜਿਹੜੀ ਮੈਡਮ ਅਪਲਾਈ ਕਰ ਰਹੀ ਨਾ, ਉਹਨੂੰ ਕਹਿ ਲਿਖ ਕੇ ਦੇ ਵੀ ਜੇ ਮੇਰਾ ਵੀਜ਼ਾ ਰਿਫਿਊਜ਼ ਹੋਇਆ, ਮੇਰੇ ਪੈਸੇ ਜਿਹੜੇ ਘਟੂਗੇ ਤੂੰ ਵਾਪਸ ਕਰੂੰਗੀ। ਹੁਣ ਤਾਂ ਅਸੀਂ ਸਾਰੀ ਫੀਸ ਵਗੈਰਾ GIC ਵਗੈਰਾ ਸਾਰਾ ਕੁਝ ਭਰਤਾ। ਚਲੋ ਕੋਈ ਨਹੀਂ, ਫਿਰ ਵੇਟ ਕਰ ਲਓ, ਦੁਬਾਰਾ ਅਪਲਾਈ ਕਰ ਲਿਓ ਜਦੋਂ ਰਿਫਿਊਜ਼ ਹੋ ਜਾਊਗਾ। ਤੇ ਸਰ ਅਰਲੀ ਚਾਈਲਡਹੁੱਡ ਵੈਸੇ ਮਤਲਬ ਮੈਡੀਕਲ ਦੇ ਨਾਲ ਸਹੀ ਹਾਂਜੀ, ਸੀਗਾ? ਉਹ ਬਹੁਤ ਵਧੀਆ ਕੋਰਸ ਸੀਗਾ, ਤੁਹਾਨੂੰ ਉਹੀ ਲੈਣਾ ਚਾਹੀਦਾ ਸੀ। ਅਸੀਂ ਵੇਟ ਅਪਲਾਈ ਕਰ ਤਾਂ ਲਓ ਉਹਦੇ ਤੁਸੀਂ, ਵਾਸਤੇ 3-4 ਮਹੀਨਿਆਂ ਚ ਰਿਫਿਊਜ਼ ਹੋ ਜਾਣਾ ਤੁਹਾਡਾ, ਫਿਰ ਦੁਬਾਰਾ ਅਪਲਾਈ ਕਰ ਦਿਓ ਤੁਸੀਂ। ਹਰ ਕਿਸੇ ਦਾ ਆਪਦਾ ਦਿਮਾਗ ਹੈ, ਹਰ ਕੋਈ ਆਪਣੇ ਤਰੀਕੇ ਨਾਲ ਗਾਈਡ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਥੇ ਬੱਚਿਆਂ ਦੇ ਕੇਸ ਅਪਲਾਈ ਕਰ ਦਿੱਤੇ ਜਾਂਦੇ ਆ, ਲੋਕੀ SOPs ਨਹੀਂ ਲਾਉਂਦੇ ਵਿੱਚ ਕਿ ਨਹੀਂ ਜੀ SDS ਦੇ ਵਿੱਚ SOP ਨਹੀਂ ਲੱਗਦੀ। ਇੱਦਾਂ ਦੀ ਗਲਤੀ ਨਾ ਕਰਿਆ ਕਰੋ, ਆਪਦੀ ਜ਼ਿੰਦਗੀ ਦਾ ਸਵਾਲ ਹੈ ਇਹ ਕੋਈ ਕਿਸੇ ਵਾਸਤੇ ਨਹੀਂ ਤੁਸੀਂ ਫਾਈਲ ਲਾ ਰਹੇ, ਆਪਣੀ ਫਾਈਲ ਹੈ ਤੁਹਾਡੀ, ਵੈਸੀ ਚੱਲੀ ਹੈ। ਜਿਸ ਵੀ ਕਾਲਜ ਯੂਨੀਵਰਸਿਟੀ 'ਚ ਅਪਲਾਈ ਕਰਦੇ ਹੋ, ਉੱਥੇ ਦੇ ਪੂਰੇ ਕਾਗਜ਼ ਪੂਰੇ ਕਰਕੇ ਲਾਇਆ ਕਰੋ। ਜੇ ਗੈਪ ਹੈਗਾ ਤਾਂ ਗੈਪ ਨੂੰ ਜਸਟੀਫਾਈਡ ਕਰੋ, ਕਿਸੇ ਦੇ ਮਗਰ ਲੱਗ ਕੇ ਜਾਲੀ ਕਾਗਜ਼ ਨਾ ਲਾਓ ਆਪਣੀ ਫਾਈਲ 'ਚ। ਇੱਕ ਪੋਜ਼ਿਟਿਵ ਆਊਟਕਮ ਵਾਸਤੇ ਤੁਸੀਂ ਨਕਲੀ ਕਾਗਜ਼ ਲਾ ਦਿੰਦੇ ਜੇ ਕਿਤੇ ਕੱਲ ਨੂੰ ਰਿਫਿਊਜ਼ ਹੋ ਗਿਆ ਤਾਂ ਉਹਦਾ ਨੁਕਸਾਨ ਤੁਹਾਡਾ ਹੋਣਾ, ਏਜੰਟ ਦਾ ਨੁਕਸਾਨ ਨਹੀਂ ਹੋਣਾ। ਇਸ ਕਰਕੇ ਮੇਰੀ ਤੁਹਾਨੂੰ ਰਿਕੁਐਸਟ ਹੈ, ਹੰਬਲ ਰਿਕੁਐਸਟ ਹੈ ਕਿ ਕੋਈ ਵੀ ਨਕਲੀ ਕਾਗਜ਼ ਆਪਣੀ ਫਾਈਲ 'ਤੇ ਨਾ ਲਾਓ, ਇਹਦੇ ਨਾਲ ਤੁਹਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ। ਤੁਹਾਡੀਆਂ ਕਾਲਸ ਸਾਡੇ ਲਈ ਬਹੁਤ ਇੰਪੋਰਟੈਂਟ ਨੇ। ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ 'ਤੇ ਤੁਸੀਂ ਹੁਣੇ ਹੀ ਕਾਲ ਕਰਕੇ ਆਪਦੇ ਕੰਸਰਨ ਰੱਖ ਸਕਦੇ ਜੇ। ਸੋ ਜਿੰਨੇ ਕੁ ਵੀ ਤੁਹਾਡੇ ਕੰਸਰਨ ਹੋਣਗੇ, ਮੈਂ ਨਾਲ ਦੀ ਨਾਲ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਅੱਜ ਰੁਜ਼ਗਾਰ ਦੀ ਪ੍ਰੋਬਲਮ ਹੈ, ਲੋਕ ਬਾਹਰ ਕੰਮ ਕਰਨ ਲਈ ਜਾਣਾ ਚਾਹੁੰਦੇ ਨੇ। ਕੁਛ ਕਮੈਂਟ ਪੜ੍ਹਦਾ ਮੈਂ, ਜਿਹੜੇ ਕਮੈਂਟ ਲਿਖ ਕੇ ਭੇਜੇ ਆ ਤੁਸੀਂ। ਸਾਡੇ ਕੋਲ ਜਿਹਨਾਂ ਸਟੂਡੈਂਟਸ ਦੇ ਕਮੈਂਟ ਹੈ, ਕਮੈਂਟ ਪੜ੍ਹਨ ਦੀ ਕੋਸ਼ਿਸ਼ ਕਰਦਾ ਜੀ। ਮੈਂ ਕਾਲ ਲੈ ਲਈਏ ਪਹਿਲਾਂ ਅਸੀਂ। ਜੀ ਨਾਮ ਦੱਸੋ ਆਪਣਾ। ਸਤਿ ਸ਼੍ਰੀ ਅਕਾਲ ਜੀ, ਮਨਦੀਪ ਸਿੰਘ ਬੋਲ ਰਿਹਾ ਜੀ। ਕੀ ਜਾਣਨਾ ਚਾਹੁੰਦੇ ਸਰ? ਸਰ ਮੈਂ ਨਾ ਕਿ ਮੇਰੀ ਮੈਰਿਜ ਹੋਣੀ ਹੈ ਤੇ ਉਹ ਲੜਕੀ ਆਈਲੈਟਸ ਕਰ ਰਹੀ ਹੈ ਜੀ। ਹਾਂਜੀ। ਤੇ ਸਰ ਮੈਂ ਸਪਾਊਸ ਵੀਜ਼ੇ ਬਾਰੇ ਪਤਾ ਕਰਨਾਗਾ ਵੀ ਮੈਂ ਬੈਂਕ 'ਚ ਪ੍ਰਾਈਵੇਟ ਤੌਰ ਤੇ SP 'ਚ ਕੰਮ ਕਰ ਰਿਹਾ 5 ਸਾਲਾਂ ਤੋਂ। ਨਵਾਂ ਵਿਆਹ ਕਰਾ ਕੇ ਬਾਹਰ ਜਾਣਾ? ਹਾਂਜੀ ਹਾਂਜੀ ਸਰ। ਨਾ ਜਾਇਓ, ਵੀਜ਼ਾ ਨਹੀਂ ਲੱਗਣਾ ਤੁਹਾਡਾ। ਸਾਲ ਪੁਰਾਣਾ ਵਿਆਹ ਚਾਹੀਦਾ, ਫਿਰ ਵੀਜ਼ਾ ਲੱਗਦਾ ਸਪਾਊਸ ਦਾ। ਠੀਕ ਹੈ ਸਰ। ਠੀਕ ਹੈ, ਧੰਨਵਾਦ ਜੀ। ਨਾਮ ਦੱਸੋ ਜੀ ਆਪਣਾ। ਹੈਲੋ
जी नाम दसो हेलो अपना। जी, मेरा नाम हार्दिक है जी की जानना चाहते हो? ते मैं दिल्ली से बोल रहा हूँ। मैंने 2020 में BBA LLB करी है। BBA तो मैं LLB जानना करी है चाह आपने, कब करी है? हाँ जी, 2020 में खत्म हुई है। 2020 में। जी तो प्रैक्टिस करी उसके बाद आपने? हाँ जी, वो चल रही है अभी प्रैक्टिस। अच्छा जी, क्या जानना चाहते हैं? मैं कौन सा कोर्स मतलब अप्लाई कर सकता हूँ कनाडा के लिए? कहाँ जाना चाहते हैं? टोरंटो में, वैंकूवर? कनाडा टोरंटो। टोरंटो के अंदर टोरंटो में 4 कॉलेज हैं जहाँ दाखला हो सकता है। हाँ आप जी। सेंटिनियल कॉलेज, जॉर्जियन कॉलेज, फंछावे कॉलेज और सनेका कॉलेज में अप्लाई कर सकते हैं। हाँ जी। पोस्ट ग्रेजुएट डिप्लोमा होगा पैरालीगल में। पैरालीगल? जी पैरालीगल में तो पोस्ट ग्रेजुएट का डिप्लोमा होगा 2 साल का। इसके हाँ बाद जी। 3 साल का वर्क परमिट मिलेगा आपको। और कोई कोर्स अगर? और लॉ से रिलेटेड डिस्प्यूट रेजोल्यूशन मिल सकता है, रेगुलेटरी अफेयर्स मिल सकता है, तो लॉ इन्फोर्समेंट। HRM ह्यूमन रिसोर्स मैनेजमेंट। लॉ का कोर्स बोला आपने, ये तो सारे मैनेजमेंट के कोर्स है। तो उसमें वीजा नहीं आपने लगेगा? LLB ह्यूमन करी है रिसोर्स ना? मैनेजमेंट लेता हूँ। DBA LLB 5 साल की भी इंटीग्रेटेड कोर्स। तो LLB करके अभी आप लाइन क्यों चेंज कर रहे हैं अपना? कल को वीजा रिफ्यूज हो नहीं, जाएगा वो आपका। वही वहां जाने के लिए कौन सा कोर्स? वही पैरालीगल 2 पैरालीगल साल में का अप्लाई कोई? करिए, वहां जाके इसको चेंज कर लेना अगर आपने नहीं पढ़ना तो। अच्छा, वहां जाके छोड़ देना कुछ इसको अगर मतलब आपको पढ़ने नहीं के? पढ़ना। आपको यहाँ से वीजा सिर्फ उसी कोर्स में मिलेगा जो आपने पढ़ाई पढ़ी हुई है। अच्छा। जी और वैंकूवर में कोई कोर्स? वैंकूवर आइलैंड यूनिवर्सिटी है। अच्छा। फ्रेजर वैली यूनिवर्सिटी है, उसमें उसमें क्रिमिनल जस्टिस की मास्टर्स मिलेगी। क्रिमिनल जस्टिस की मास्टर्स? जी ठीक है। और मैंने आइल्स की है, ओवरऑल 6.5 है। जी 6 ईच भी होने चाहिए आपके। हाँ जी, वो रीडिंग में 5.5 है बस। वीजा नहीं आएगा, उस पर दोबारा करना पड़ेगा आपको। हाँ जी। 6.5 मैं ओवरऑल चाहिए, विद 6 ईच चाहिए। मैं जनवरी के लिए अप्लाई करूँ या मई? जनवरी के लिए। जनवरी। ठीक है, थैंक यू सर। जी नाम दसो, कौन बोलते हो? ਸਤਿ ਸ਼੍ਰੀ ਅਕਾਲ ਸਰ, ਦਰਸ਼ਨ ਬੋਲਦਾ ਜੀ, ਸੰਗਰੂਰ ਤੋਂ ਗੱਲ ਕਰ ਰਿਹਾ। ਵੀਰ ਕੀ ਜਾਣਨਾ ਚਾਹੁੰਦੇ ਹੋ? ਸਰ ਮੈਂ ਆਪਣੀ ਵਾਈਫ ਬਾਰੇ ਪੁੱਛਣਾ ਸੀਗਾ ਜੀ, ਕੈਨੇਡਾ ਦੇ ਵੀਜ਼ੇ ਬਾਰੇ। ਕਿੰਨਾ ਪੜ੍ਹੇ ਨੇ ਉਹ? ਉਹਨੇ +2 ਕੀਤੀ ਹੈ ਜੀ 2015 ਚ। +2 2015 ਚ। ਸਬਜੈਕਟ ਕੀ ਨੇ? ਆਰਟਸ ਚ ਕੀਤੀ ਹੈ ਜੀ ਉਹਨਾਂ ਨੇ। ਠੀਕ ਹੈ, ਕਿੱਥੇ ਭੇਜਣਾ ਚਾਹੁੰਦੇ ਹੋ ਉਹਨਾਂ ਨੂੰ? ਕੈਨੇਡਾ ਜੀ। ਆਇਲਸ ਕਰ ਲਿਆ ਉਹਨਾਂ ਨੇ? ਨਹੀਂ, ਉਹਨਾਂ ਨੇ ਆਈਲੈਟਸ ਨਹੀਂ ਕੀਤਾ, ਮਤਲਬ +2 ਤੋਂ ਬਾਅਦ ਉਹਨਾਂ ਨੇ BCA ਕੀਤੀ ਸੀ, 2 ਈਅਰ ਕੀਤੇ ਨੇ, ਫਾਈਨਲ ਨਹੀਂ ਹੋਈ। ਅੱਛਾ ਜੀ। ਹਾਂਜੀ। ਆਇਲਸ ਕਦੋਂ ਕਰਾਣਾ ਤੁਸੀਂ? ਆਈਲੈਟਸ ਦੀ ਉਹ ਤਿਆਰੀ ਕਰਨ ਲੱਗ ਰਹੇ ਨੇ ਜੀ ਸਰ। ਹਾਂਜੀ, ਕੀ ਜਾਣਨਾ ਚਾਹੁੰਦੇ ਜੇ ਤੁਸੀਂ? ਵੀ ਸਪੋਜ਼ ਸਾਡੀ ਮੈਰਿਜ ਨੂੰ 2-2.5 ਸਾਲ ਹੋ ਗਏ ਜੀ। ਹਾਂਜੀ। ਸਪੋਜ਼ ਕੇਸ ਲੱਗ ਜਾਊਗਾ ਜੀ ਨਾਲ? ਸਪਾਊਸ ਕੇਸ ਲੱਗ ਜੂਗਾ, ਉਹਦੇ ਲਈ 6.5 ਬੈਂਡ ਚਾਹੀਦੇ ਆਇਲਸ ਦੇ। ਅੱਛਾ ਪਹਿਲਾਂ ਆਇਲਸ ਕਰ ਲਓ, ਆਇਲਸ ਤੋਂ ਬਿਨਾਂ ਨਾ ਲਾਇਓ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋ ਆਪਣਾ? मैं अमन बोल रहा हूँ लुधियाने तो। जी अमन जी, की जानना चाहते हो? सर मैं ना 2015 पास आउट है MSc। हाँ जी। ਤੇ ਉਸ ਤੋਂ ਬਾਅਦ ਮੇਰੇ ਕੋਲ 5 ਈਅਰ ਦਾ ਐਕਸਪੀਰੀਅੰਸ ਆ, ਲੇਕਿਨ ਕੈਸ਼ ਸੈਲਰੀ ਦਾ ਜੀ 6.5 ਬੈਂਡ ਆ ਮੇਰੇ। ਹਾਂਜੀ। ਜੋ 6 ਨੇ ਤੇ ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਹੋ ਜਾਏਗਾ ਜੀ? ਤੁਸੀਂ 2015 ਚ ਕੀ ਪੜ੍ਹੇ ਹੋ? MSc ਕੰਪਿਊਟਰ ਸਾਇੰਸ। ਠੀਕ ਆ, ਅੱਗੇ ਮਾਸਟਰਸ ਦਾ ਕੋਰਸ ਲੈ ਲਾਂਗੇ ਕੰਪਿਊਟਰ ਦਾ, ਉਹਦੇ ਬੇਸ ਤੇ ਲੱਗ ਜਾਏਗਾ, ਜਾਂ MBA ਦਾ ਲੈ ਸਕਦੇ ਹੋ ਤੁਸੀਂ। ਤੇ ਸਰ ਡਿਪਲੋਮਾ ਹੋਏਗਾ ਜਾਂ ਡਿਗਰੀ ਹੋਏਗੀ ਜੀ, ਮਾਸਟਰ ਡਿਗਰੀ ਤੇ ਵੀਜ਼ਾ ਲੈਣਾ ਤੁਸੀਂ। ਤੇ ਸਰ ਕੈਨੇਡਾ ਔਰ ਕਾਲਜ ਹੋ ਜਾਏਗਾ?
ਕਿ ਜਿੰਨੇ ਵੀ ਕੈਨੇਡਾ 'ਚ ਕਾਲਜ ਨੇ ਇਹ ਥਰਡ ਨੰਬਰ ਤੋਂ ਪਹਿਲੇ ਨੰਬਰ ਤੇ ਹੈ ਜੀ। ਇਹਦਾ ਵੀਜ਼ਾ ਨਹੀਂ ਆਉਂਦਾ, ਇਹਦੀ ਰੈਪੂਟੇਸ਼ਨ ਬਹੁਤ ਖਰਾਬ ਹੈ ਉੱਥੇ। ओके ਇਹਦੇ 'ਚ ਨਾ ਅਪਲਾਈ ਕਰਿਓ ਜੀ। ਸਭ ਤੋਂ ਜ਼ਿਆਦਾ ਰਿਫਿਊਜ਼ਲ ਇਸੇ ਕਾਲਜ ਦੀ ਆਉਂਦੀ ਹੈ ਜੀ। ओके ਹਾਂਜੀ ठीक है सर। ਧੰਨਵਾਦ। ਹੁਣ ਵਾਰੀ ਹੈ ਜੀ ਕਮੈਂਟਸ ਦੀ। ਜਿਨ੍ਹਾਂ ਨੇ ਕਮੈਂਟ ਲਿਖੇ ਆ ਉਹਨਾਂ ਨੇ ਕਮੈਂਟਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਆ। ਮੇਰੇ ਕੋਲ ਸਭ ਤੋਂ ਪਹਿਲਾਂ ਤੇ ਸਵਾਲ ਹੈ ਜੀ ਯੂਕੇ ਸਪਾਊਸ ਵੀਜ਼ਾ। ਤੁਸੀਂ ਯੂਕੇ ਸਪਾਊਸ ਵੀਜ਼ਾ ਤੇ ਜਾ ਸਕਦੇ ਜੇ। ਅਸੀਂ ਇਹਦੇ 'ਚ ਡੀਲ ਨਹੀਂ ਕਰਦੇ। ਇਹਦੇ ਲਈ ਫੰਡ ਆਪਦੇ ਹੋਣੇ ਚਾਹੀਦੇ ਆ। ਜੇ ਤੁਹਾਡੇ ਕੋਲ 20 ਲੱਖ ਰੁਪਈਆ ਪਿਆ ਵਾ ਤੁਹਾਡੇ ਕੋਲ ਮਹੀਨਾ ਕੁ ਪੁਰਾਣਾ, ਤਾਂ ਤੁਸੀਂ ਇਹ ਲਾ ਸਕਦੇ ਜੇ। ਸਟੂਡੈਂਟਸ ਪੁੱਛ ਰਹੇ ਨੇ ਪੀਟੀ ਐਕਸੈਪਟਡ ਹੈ। ਹਾਂਜੀ ਪੀਟੀ ਦਾ ਟੈਸਟ ਐਕਸੈਪਟੇਬਲ ਹੈ। ਪੀਟੀ ਦੇ ਕਿੰਨੇ ਨੰਬਰ ਚਾਹੀਦੇ ਆ ਜੀ? 60 ਕੁ ਨੰਬਰ ਬਹੁਤ ਵਧੀਆ ਗਿਣੇ ਜਾਂਦੇ ਆ। ਨੂਰ ਆਸ਼ੂ ਲਿਖਦੇ ਨੇ ਮਾਈ ਏਜ ਇਜ਼ 37, ਆਇਲ 6.5, 2 ਮੈਟਰਸ ਡਿਪਲੋਮਾ ਐਂਡ 2 ਗ੍ਰੇਡਸ ਡਿਗਰੀ। ਜਿਨ੍ਹਾਂ ਨੇ ਵੀ ਕੋਈ ਅਸੈਸਮੈਂਟ ਕਰਾਣੀ ਹੈ ਆਪਦੇ ਕੇਸ ਦੀ, ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆ ਸਕਰੀਨ ਦੇ ਉੱਤੇ ਮੈਂ ਆਪਦਾ ਈਮੇਲ ਆਈਡੀ ਲਿਖਣ ਲੱਗਾ। ਆ ਈਮੇਲ ਆਈਡੀ ਦੇ ਉੱਤੇ ਤੁਸੀਂ ਆਪਦੇ ਕਾਗਜ਼ ਮੈਨੂੰ ਸੈਂਡ ਕਰ ਦਿਓ। ਮੈਂ ਨਾਲ ਦੀ ਨਾਲ ਤੁਹਾਡੇ ਕਾਗਜ਼ ਦੇਖ ਕੇ ਤੁਹਾਨੂੰ ਕਾਲ ਵੀ ਕਰ ਦੂੰਗਾ। ਨੈਕਸਟ ਕੰਸਰਨ ਹੈ ਜੀ ਆਮ ਡਬਲ ਪੋਸਟ ਗ੍ਰੈਜੂਏਟ ਪਰਸੂਇੰਗ ਅ BA ਫਾਈਨਲ ਈਅਰ, B.Ed final year, want to go Canada, preparing for IELTS, what to do? Bini Devan, ਤੁਸੀਂ ਬਿਨੀ ਦੀਵਾਨ ਜੀ 6.5 IELTS score ਕਰਨਾ। if you have 6.5 then you can move easily. Sir, Seneca College is good. Yes, it's very good. ਫਲਾਈਟ ਕਦੋਂ ਓਪਨ ਹੋਣਗੀਆਂ? ਜੁਲਾਈ ਫਸਟ ਵੀਕ 'ਚ ਓਪਨ ਹੋ ਜਾਣਗੀਆਂ ਜੀ। ਬਾਇਓਮੈਟ੍ਰਿਕ ਵੀ ਖੁੱਲ ਜਾਣਗੇ ਜੁਲਾਈ ਫਸਟ ਵੀਕ 'ਚ। ਸਰ ਮਈ ਇਨਟੇਕ ਦੇ ਵੀਜ਼ੇ ਕਿਉਂ ਰੁਕੇ ਹੋਏ ਨੇ? क्योंकि सब कुछ बंद है इसलिए सब कुछ रुका पड़ा। सेंट लॉरेंस कॉलेज अल्फा कैंपस की रेपुटेशन माड़ी हुई है। प्राइवेट कॉलेज ने सारे प्राइवेट कॉलेज कैंपस चलाते हैं गौरमेंट के, कोई बहुत ही वधिया रेपुटेशन नहीं होंगी इन्हां दी। ऑस्ट्रेलिया के बारे में दसो। ऑस्ट्रेलिया अजे 2 साल खुलता नहीं। जिन्होंने 2024 तक वेट कर सकते हैं वो स्टूडेंट ऑनलाइन फाइल ला लो। 2 साल ऑनलाइन पढ़ना पड़ेगा। कैम्ब्रियन कॉलेज हैंसन कैंपस, इट्स वन ऑफ द वर्स्ट। मैं नहीं इनू प्रमोट करनी तुहानू किसी नू कहंदा। लोकां दे लगे लगाए वीजे कैंसल हो जाते इस कॉलेज दे विच। पहलां तां वीज़ा लगदा ही नहीं सौखा। Best province for easiest PR is Winnipeg. VFS कब ओपन होंगे? जुलाई फर्स्ट वीक में। USA की अपॉइंटमेंट कदों तो मिल जाएगी? बंद है, हजे नहीं मिल रही किसी को भी। ऑस्ट्रेलिया कब ओपन होगा? ऑस्ट्रेलिया 2024 में ओपन हो जाएगा। SDS ते नॉन SDS प्रोसैसिंग टाइम कितना फर्क हुंदा? हुण सेम हैगा जी। Please reply, I have applied CDI college, September intake, IELTS expire after 2 months. Do I have to go for IELTS again? Yes. IELTS दोबारा कर लो। कल को किसी भी वेले एम्बेसी तुहाडे कोल मांग सकती है। कनाडा में स्टडी करने के कितने लाख रुपए लगते हैं? कनाडा में स्टडी करने के लिए 15 लाख रुपए लगते हैं। सो जिन्ने सीगे क्वेश्चन जवाब देने की कोशिश की है। स्क्रीन के उत्ते तुहानू मेरा ईमेल आईडी भी नज़र आ रहा है तो नंबर भी है। तुसी नंबर ते सानू WhatsApp कर सकते हो ते तुसी ईमेल आईडी ते आप दे सवाल छड़ सकते हो। असी कॉल्स लवांगे 4-5, उस तो बाद प्रोग्राम इत्थे खत्म करांगे। रात 9 बजे फिर दोबारा तुहाडीआं कॉल्स लित्तियां जाणगीआं।
New Zealand level 5-6 hospitality PG in Canada. Yes, you can move to Canada from New Zealand. For that you need at least 6.5 IELTS. मिस्टर शोभित राणा, आपको 6.5 बैंड लेने हैं IELTS में, आप 6.5 बैंड ले लेते हो, यू कैन मूव फ्रॉम न्यूजीलैंड। आपको इंडिया आने की जरूरत नहीं है, ऑनलाइन ही फाइल हो जाएगी आपकी। I am from Delhi. Today CM announced massive unlock in Delhi from Monday. When can we expect the VFS to reopen? जल्दी हो जाएगा जी ओपन। अल्गोमा यूनिवर्सिटी कैसी है? Yes, it's very good university. सेंट मैरी ਜਿਹੜਾ ਇਹਨਾਂ ਦਾ ਕੈਂਪਸ ਹੈ ਉੱਥੇ ਅਪਲਾਈ ਕਰੋ। ਇਟਸ ਰੀਜਨਲ ਏਰੀਆ, ਉਹਦੇ ਤਹਿਤ ਤੁਹਾਡੀ PR ਵੀ ਬੜੀ ਸੌਖੀ ਹੈ। So once again, thank you very much to all of you. ਜਲਦੀ ਮਿਲਾਂਗੇ ਦੁਬਾਰਾ ਆਪਾਂ ਰਾਤ ਨੂੰ 9 ਵਜੇ। ਤੁਹਾਡੇ ਹਰ ਸਵਾਲ ਦੇ ਜਵਾਬ ਦੇਣ ਦੀ ਮੈਂ ਕੋਸ਼ਿਸ਼ ਕਰਾਂਗਾ ਜੀ। ਰਾਤ ਨੂੰ ਮਿਲਦੇ ਹਾਂ ਜੀ 9 ਵਜੇ। ਧੰਨਵਾਦ।